ਸੁਨੀਲ ਜਾਖੜ ਦੇ ਐਕਸ਼ਨ ਦੀ ਤਿਆਰੀ ਦੇ ਵਿੱਚ ਕਾਂਗਰਸ ਅਨੁਸ਼ਾਸਨ ਕਮੇਟੀ ਨੇ ਜਾਰੀ ਕੀਤਾ ਕਾਰਨ ਦੱਸੋ ਨੋਟਿਸ। ਇੱਕ ਹਫ਼ਤੇ 'ਚ ਮੰਗਿਆ ਜਵਾਬ, ਨਹੀਂ ਤਾਂ ਹੋਵੇਗੀ ਕਾਰਵਾਈ। ਬਦਲਾਅ ਦੇ ਨਾਲ ਹੀ ਅਨੁਸ਼ਾਸਨ ਤੇ ਕਾਂਗਰਸ ਤਖਤ। ਸੋਨੀਆ ਰਾਹੁਲ ਨੂੰ ਮਿਲੇ ਨਵੇਂ ਪ੍ਰਧਾਨ ਰਾਜਾ ਵੜਿੰਗ, ਬੋਲੇ ਅਨੁਸ਼ਾਸਨ ਹੋਇਆ ਭੰਗ ਤਾਂ ਸਿੱਧੇ ਕਰਾਂਗੇ ਬਾਹਰ। ਅਨੁਸ਼ਾਸਨਹੀਣਤਾ ਨੂੰ ਲੈ ਕੇ ਜ਼ੀਰੋ ਟੋਲਰੈਂਸ। ਕਾਂਗਰਸ ਚੋਂ ਕੱਢੇ ਗਏ ਸੁਰਜੀਤ ਧੀਮਾਨ ਨੇ ਵੰਡੇ ਲੱਡੂ, ਬੋਲੇ ਮੈਂ ਅਜੇ ਵੀ ਆਪਣੇ ਸਟੈਂਡ ਤੇ ਕਾਇਮ, ਇਮਾਨਦਾਰੀ ਦੇ ਨਾਲ ਕੋਈ ਸਮਝੌਤਾ ਨਹੀਂ। ਧੀਮਾਨ ਨੇ ਨਵਜੋਤ ਸਿੱਧੂ ਦੀ ਵੀ ਕੀਤੀ ਖੁੱਲ੍ਹ ਕੇ ਹਮਾਇਤ। ਪੰਜਾਬ ਤੋਂ ਬਾਅਦ ਹਰਿਆਣਾ ਕਾਂਗਰਸ ਵਿੱਚ ਵੀ ਭਖਿਆ ਕਲੇਸ਼। ਸੂਤਰਾਂ ਮੁਤਾਬਕ ਕੁਮਾਰੀ ਸੈਲਜਾ ਨੇ ਕੀਤੀ ਪ੍ਰਧਾਨਗੀ ਤੋਂ ਅਸਤੀਫੇ ਦੀ ਪੇਸ਼ਕਸ਼। ਹੁੱਡਾ ਦੇ ਨਾਲ ਚੱਲ ਰਹੀ ਹੈ ਤਕਰਾਰ। ਕਾਂਗਰਸ ਦੇ ਪ੍ਰਦਰਸ਼ਨ ਦੇ ਵਿੱਚ ਵੀ ਸ਼ਾਮਲ ਨਹੀਂ ਹੋਏ ਸਨ ਹੁੱਡਾ ਸਮਰਥਕ ਵਿਧਾਇਕ। ਵਾਅਦੇ ਪੂਰੇ ਕਰਨ ਦੇ ਲਈ ਸੀਐਮ ਭਗਵੰਤ ਮਾਨ ਨੇ ਜਨਤਾ ਤੋਂ ਮੰਗੀ ਮੌਲਤ, ਬੋਲੇ ਹਰ ਗੱਲ ਮੁੱਖ ਜ਼ਬਾਨੀ ਹੈ ਯਾਦ, ਸਾਰੇ ਮਸਲੇ ਹੱਲ ਹੋਣਗੇ, ਸਭ ਦੀ ਸੁਣੀ ਜਾਵੇਗੀ, ਪਰ ਦਵੋ ਥੋੜਾ ਸਮਾਂ। ਸੁਖਬੀਰ ਬਾਦਲ ਦਾ ਜਾਖੜ ਤੇ ਵੱਡਾ ਹਮਲਾ, ਕਾਂਗਰਸ ਆਗੂ ਨੂੰ ਦੱਸਿਆ ਮਾਨਸਿਕ ਰੋਗੀ। ਸੁਖਬੀਰ ਬੋਲੇ ਸੀਐਮ ਨਾ ਬਣ ਸਕਣ ਕਾਰਨ ਕਾਂਗਰਸ ਆਗੂ ਦਾ ਵਿਗੜਿਆ ਮਾਨਸਿਕ ਸੰਤੁਲਨ। ਮਜੀਠੀਆ ਨੂੰ ਲੈ ਕੇ ਅਕਾਲੀ ਦਲ ਦੀ ਸਰਕਾਰ ਨੂੰ ਚੇਤਾਵਨੀ, ਕਿਹਾ 15 ਦਿਨਾਂ ਤੋਂ ਜੇਲ੍ਹ ਦੇ ਵਿੱਚ ਕੀਤਾ ਜਾ ਰਿਹਾ ਤੰਗ, ਮਜੀਠੀਆ ਨੂੰ ਕੁਝ ਵੀ ਹੋਇਆ ਤਾਂ ਸਰਕਾਰ ਹੋਵੇਗੀ ਜ਼ਿੰਮੇਵਾਰ। ਡੀਜੀਪੀ ਵੀਕੇ ਪਵਰਾ ਨੇ ਸੂਬੇ ਦੀ ਕਾਨੂੰਨ ਵਿਵਸਥਾ ਕੰਟਰੋਲ ਦੇ ਵਿੱਚ ਹੋਣ ਦਾ ਕੀਤਾ ਦਾਅਵਾ, ਬੋਲੇ ਪਿਛਲੇ ਸਾਲਾਂ ਦੇ ਨਾਲੋਂ ਘਟਿਆ ਅਪਰਾਧ। ਹੁਣ ਤੱਕ ਗੈਂਗਸਟਰ ਕ੍ਰਾਈਮ ਦੇ 6 ਮਾਮਲੇ ਆਏ ਸਾਹਮਣੇ, 9 ਕਤਲ ਕੇਸ ਆਪਸੀ ਰੰਜਿਸ਼ ਦੇ। ਅਨੂਪ ਕੇਸਰੀ ਤੋਂ ਬਾਅਦ ਆਮ ਆਦਮੀ ਪਾਰਟੀ ਹਿਮਾਚਲ ਮਹਿਲਾ ਵਿੰਗ ਦੀ ਪ੍ਰਧਾਨ ਮਮਤਾ ਠਾਕੁਰ ਨੇ ਫੜਿਆ ਬੀਜੇਪੀ ਦਾ ਪੱਲਾ। ਦਿੱਲੀ ਦੇ ਵਿੱਚ ਅਨੁਰਾਗ ਠਾਕੁਰ ਨੇ ਕਰਵਾਇਆ ਸ਼ਾਮਿਲ। ਮਮਤਾ ਬੋਲੀ ਆਮ ਆਦਮੀ ਪਾਰਟੀ ਕਰ ਰਹੀ ਹੈ ਲੋਕਾਂ ਦੇ ਨਾਲ ਠੱਗੀ, ਪਰ ਬੀਜੇਪੀ ਕਰੇਗੀ ਨਈਆ ਪਾਰ। ਖੇਤੀ ਕਾਨੂੰਨਾਂ ਨੂੰ ਲੈ ਕੇ ਨੀਤੀ ਆਯੋਗ ਦੇ ਮੈਂਬਰ ਡਾਕਟਰ ਰਮੇਸ਼ ਚੰਦ ਦਾ ਵੱਡਾ ਬਿਆਨ, ਬੋਲੇ ਖੇਤੀ ਸੈਕਟਰ ਦੇ ਵਿੱਚ ਸੁਧਾਰ ਬੇਹੱਦ ਜ਼ਰੂਰੀ, ਕੇਂਦਰ ਕਰੇ ਸੂਬਿਆਂ ਦੇ ਨਾਲ ਗੱਲ, ਖੇਤੀ ਕਾਨੂੰਨਾਂ ਤੇ ਲਗਾਤਾਰ ਸੁਝਾਅ ਮਿਲਣ ਦੀ ਕਹੀ ਗੱਲ। ਨੀਤੀ ਆਯੋਗ ਦੇ ਬਿਆਨ ਤੇ ਪੜ੍ਹ ਕੇ ਕਿਸਾਨ ਆਗੂ ਬੋਲੇ ਸਾਨੂੰ ਪਹਿਲਾਂ ਤੋਂ ਹੀ ਸੀ ਸਰਕਾਰ ਦੀ ਨੀਅਤ ਤੇ ਸ਼ੱਕ, ਕਿਸਾਨਾਂ ਦੀ ਚੇਤਾਵਨੀ ਜੇ ਮੁੜ ਲਿਆਂਦੇ ਖੇਤੀ ਕਾਨੂੰਨ ਤਾਂ ਫਿਰ ਛੇੜਾਂਗੇ ਅੰਦੋਲਨ। ਪੰਜਾਬ ਦੇ ਵਿੱਚ ਨਸ਼ੇ ਦੇ ਨਾਲ ਇੱਕ ਦਿਨ ਦੇ ਵਿੱਚ 2 ਮੌਤਾਂ। ਬਠਿੰਡਾ ਤੇ ਤਲਵੰਡੀ ਸਾਬੋ ਦੇ ਵਿੱਚ ਨਸ਼ੇ ਦੀ ਓਵਰਡੋਜ਼ ਦੇ ਨਾਲ 2 ਨੌਜਵਾਨਾਂ ਦੀ ਮੌਤ। ਨਸ਼ੇ ਨੂੰ ਖਤਮ ਕਰਨ ਦੇ ਦਾਅਵਿਆਂ ਤੇ ਉੱਠੇ ਸਵਾਲ। ਹਰਮੰਦਰ ਸਾਹਿਬ ਦੇ ਅਜਾਇਬ ਘਰ ਦੇ ਵਿੱਚ ਲਾਈਆਂ ਗਈਆਂ ਬਹਿਬਲ ਕਲਾਂ ਗੋਲੀकांड ਦੇ ਮ੍ਰਿਤਕਾਂ ਦੀਆਂ ਤਸਵੀਰਾਂ। 5 ਹੋਰ ਸ਼ਖਸੀਅਤਾਂ ਨੂੰ ਅਜਾਇਬ ਘਰ ਦੇ ਵਿੱਚ ਦਿੱਤੀ ਗਈ ਥਾਂ। ਸ਼ਹਬਾਜ਼ ਸ਼ਰੀਫ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ। ਅੰਮ੍ਰਿਤਸਰ ਦੇ ਜੱਦੀ ਪਿੰਡ ਜਾਤੀ ਉਮਰਾ ਦੇ ਵਿੱਚ ਵੀ ਮਨਾਇਆ ਗਿਆ ਜਸ਼ਨ। ਗੁਰੂ ਘਰ ਦੇ ਵਿੱਚ ਕੀਤੀ ਗਈ ਅਰਦਾਸ। ਸਤਿ ਸ੍ਰੀ ਅਕਾਲ, ਸਵਾਗਤ ਹੈ ਗੌਰਵ ਸ਼ੁਕਲਾ, ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਤੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਕਾਂਗਰਸ ਦੀ ਨਵੀਂ ਟੀਮ ਦੀ ਦਿੱਲੀ 'ਚ ਹੋਈ ਮੁਲਾਕਾਤ ਦੀ, ਤੇ ਨਾਲ ਹੀ ਗੱਲ ਹੋਵੇਗੀ ਕਾਂਗਰਸ ਦੇ ਵਿੱਚ ਹੁਣ ਲਏ ਜਾ ਰਹੇ ਐਕਸ਼ਨ ਦੀ। ਹਾਰ ਹੋ ਚੁੱਕੀ ਹੈ, ਸੱਤਾ ਧਿਰ ਤੋਂ ਵਿਰੋਧੀ ਧਿਰ ਵਾਲੀ ਕੁਰਸੀ ਦੇ ਉੱਤੇ ਕਾਂਗਰਸ ਪਹੁੰਚ ਚੁੱਕੀ ਹੈ ਤੇ ਹੁਣ ਵੱਡੇ ਆਗੂਆਂ ਦੇ ਵੱਲੋਂ ਦਿੱਤੇ ਗਏ ਬਿਆਨ ਦੇ ਉੱਤੇ ਐਕਸ਼ਨ ਦੀ ਤਿਆਰੀ ਹੈ। ਸ਼ੁਰੂਆਤ ਕਾਂਗਰਸ ਦੇ ਐਕਸ਼ਨ ਤੋਂ। ਪੰਜਾਬ ਕਾਂਗਰਸ ਦੀ ਟੀਮ ਬਦਲਣ ਤੋਂ ਬਾਅਦ ਫੌਰਨ ਐਕਸ਼ਨ ਵੀ ਸ਼ੁਰੂ ਹੋ ਗਿਆ। ਸੁਰਜੀਤ ਧੀਮਾਨ ਨੂੰ ਆਊਟ ਕਰਨ ਤੋਂ ਬਾਅਦ ਹੁਣ ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਨੇ ਸੁਨੀਲ ਜਾਖੜ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਨੋਟਿਸ ਦੀ ਵਜ੍ਹਾ ਜਾਖੜ ਦੀ ਬਿਆਨਬਾਜ਼ੀ ਹੈ। ਅਨੁਸ਼ਾਸਨੀ ਕਮੇਟੀ ਨੇ 1 ਹਫ਼ਤੇ ਤੱਕ ਜਾਖੜ ਤੋਂ ਜਵਾਬ ਤਲਬ ਕੀਤਾ ਹੈ, ਪਰ ਵੱਡਾ ਸਵਾਲ ਇਹ ਹੈ ਕਿ ਜਾਖੜ ਦੇ ਖਿਲਾਫ ਪਾਰਟੀ ਕੀ ਰੁਖ ਅਖਤਿਆਰ ਕਰਦੀ ਹੈ। ਕਿ ਜਾਖੜ ਦੇ ਖਿਲਾਫ ਸੁਰਜੀਤ ਧੀਮਾਨ ਵਾਲਾ ਹੀ ਰੁਖ ਅਖਤਿਆਰ ਕੀਤਾ ਜਾ ਸਕਦਾ ਹੈ। ਸੁਰਜੀਤ ਧੀਮਾਨ ਦੀ ਸਟੇਟਮੈਂਟ ਸਾਹਮਣੇ ਆਈ ਤਾਂ ਕੁਝ ਘੰਟਿਆਂ ਬਾਅਦ ਹੀ ਐਕਸ਼ਨ ਹੋ ਗਿਆ, ਸਿੱਧਾ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਤਾਂ ਕਿ ਜਾਖੜ 1 ਹਫ਼ਤੇ ਦੇ ਵਿੱਚ ਜੋ ਜਵਾਬ ਦਿੰਦੇ ਨੇ ਉਸ ਦੇ ਨਾਲ ਸੰਤੁਸ਼ਟ ਹੋਵੇਗੀ ਪਾਰਟੀ। ਕਿਉਂਕਿ ਜੋ ਨੋਟਿਸ ਜਾਰੀ ਕੀਤਾ ਗਿਆ, ਕਾਰਨ ਦੱਸੋ ਨੋਟਿਸ ਜੋ ਜਾਰੀ ਹੋਇਆ, ਉਸ ਕਾਰਨ ਦੱਸੋ ਨੋਟਿਸ ਦੇ ਵਿੱਚ ਜੋ ਪਿਛਲੇ ਕੁਝ ਦਿਨਾਂ ਤੋਂ ਬਿਆਨ ਜਾਖੜ ਦੇ ਆਏ ਨੇ ਉਹਨਾਂ ਦਾ ਵੀ ਜ਼ਿਕਰ ਹੈ।
ਤੇ ਜੋ ਇਲੈਕਸ਼ਨ ਤੋਂ ਪਹਿਲਾਂ ਵੋਟਾਂ ਵਾਲੇ ਦਿਨ ਤੋਂ ਪਹਿਲਾਂ ਜਾਖੜ ਦੇ ਬਿਆਨ ਸਾਹਮਣੇ ਆਏ ਸੀ, ਖਾਸ ਤੌਰ ਤੇ ਬਤੌਰ ਹਿੰਦੂ ਆਗੂ, ਕਿ ਹਿੰਦੂ ਆਗੂ ਹੋਣ ਦੀ ਵਜ੍ਹਾ ਨਾਲ ਉਹਨਾਂ ਨੂੰ ਮੁੱਖ ਮੰਤਰੀ ਦਾ ਅਹੁਦਾ ਨਹੀਂ ਮਿਲਿਆ ਜਦੋਂ ਕੈਪਟਨ ਨੂੰ ਲਾ ਕੇ ਕਿਸੇ ਹੋਰ ਨੂੰ ਬਿਠਾਇਆ ਜਾਣਾ ਸੀ। ਤਾਂ ਉਸ ਬਿਆਨ ਦਾ ਵੀ ਉਸ ਕਾਰਨ ਦੱਸੋ ਨੋਟਿਸ ਦੇ ਵਿੱਚ ਜ਼ਿਕਰ ਹੈ ਕਿ ਇਸ ਨੇ ਪਾਰਟੀ ਨੂੰ ਬਹੁਤ ਨੁਕਸਾਨ ਪਹੁੰਚਾਇਆ। ਤੁਸੀਂ ਕੀ ਕਹੋਗੇ? ਤਾਂ ਜਾਖੜ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ। ਜੇ ਵਧਣ ਗਿਆ ਤਾਂ ਕੀ ਵਧਣ ਗਿਆ? ਕਿ ਜਾਖੜ ਨੂੰ ਪਾਰਟੀ ਤੋਂ ਬਾਹਰ ਕੀਤਾ ਜਾ ਸਕਦਾ, ਕਿ ਅਜਿਹਾ ਵੀ ਕੋਈ ਐਕਸ਼ਨ ਹੋ ਸਕਦਾ ਹੈ? ਖੈਰ, ਕਾਰਨ ਦੱਸੋ ਨੋਟਿਸ ਤਾਂ ਜਾਰੀ ਹੋ ਗਿਆ। ਸਾਬਕਾ ਵਿਧਾਇਕ ਸੁਰਜੀਤ ਧੀਮਾਨ ਨੂੰ ਕਾਂਗਰਸ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ ਅਤੇ ਹੁਣ ਪਾਰਟੀ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਜਾਖੜ ਦੇ ਪਾਰਟੀ ਲੀਡਰਾਂ ਦੇ ਖਿਲਾਫ ਅਪਮਾਨਜਨਕ ਬਿਆਨ ਦੇਣ ਅਤੇ ਪਾਰਟੀ ਸਿਧਾਂਤਾਂ ਦੇ ਉਲਟ ਬਿਆਨਬਾਜ਼ੀ ਕਰਨ ਦੇ ਗੰਭੀਰ ਇਲਜ਼ਾਮ ਲੱਗੇ ਨੇ। ਕਾਂਗਰਸ ਪਾਰਟੀ ਦੀ ਅਨੁਸ਼ਾਸਨੀ ਕਾਰਵਾਈ ਕਮੇਟੀ ਨੇ ਜਾਖੜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਨੋਟਿਸ ਦੇ ਵਿੱਚ ਲਿਖਿਆ ਗਿਆ ਹੈ, ਪਿਆਰੇ ਸੁਨੀਲ ਜਾਖੜ ਜੀ, ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਤੁਹਾਡੇ ਖਿਲਾਫ ਕਾਂਗਰਸ ਪ੍ਰਧਾਨ ਨੂੰ ਚਿੱਠੀ ਲਿਖੀ ਸੀ ਕਿ ਤੁਸੀਂ ਪਾਰਟੀ ਲੀਡਰਾਂ ਦੇ ਖਿਲਾਫ ਅਪਮਾਨਜਨਕ ਬਿਆਨ ਦਿੱਤਾ ਹੈ ਅਤੇ ਇਸ ਤੋਂ ਇਲਾਵਾ ਤੁਸੀਂ ਲੀਡਰਸ਼ਿਪ ਦੀ ਮਨਸ਼ਾ ਤੇ ਸਵਾਲ ਚੁੱਕੇ ਕਿ ਉਹ ਪੰਜਾਬ ਲਈ CLP ਚੁਣਨ ਦੇ ਲਈ ਫਿਰਕੂ ਲਾਈਨ ਅਪਣਾ ਰਹੇ ਨੇ। ਇਹ ਪਾਰਟੀ ਸਿਧਾਂਤਾਂ ਦੀ ਵੱਡੀ ਉਲੰਘਣਾ ਹੈ। ਅਨੁਸ਼ਾਸਨੀ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਤੁਹਾਨੂੰ ਆਪਣਾ ਪੱਖ ਰੱਖਣ ਦੇ ਲਈ ਮੌਕਾ ਦਿੱਤਾ ਜਾਵੇ ਅਤੇ ਇਹ ਵੀ ਫੈਸਲਾ ਕੀਤਾ ਹੈ ਕਿ ਤੁਹਾਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਪੁੱਛਿਆ ਜਾਵੇ ਕਿ ਪਾਰਟੀ ਦੇ ਸੰਵਿਧਾਨ ਮੁਤਾਬਕ ਕਿਉਂ ਨਾ ਤੁਹਾਡੇ ਖਿਲਾਫ ਕਾਰਵਾਈ ਕੀਤੀ ਜਾਵੇ। ਇਹ ਨੋਟਿਸ ਮਿਲਣ ਦੇ 7 ਦਿਨ ਦੇ ਅੰਦਰ ਤੁਹਾਡਾ ਜਵਾਬ ਮਿਲਣਾ ਚਾਹੀਦਾ ਹੈ। बिल्कुल सुनील जाखड़ जी पर हुई और KV थॉमस जी पर हुई और हम लोगों ने शो कॉज नोटिस दिया है। 1 हफ्ते का टाइम उनको दिया जाएगा और उनका अगर जो रिप्लाई है अगर वो सेटिस्फैक्ट्री नहीं होगा तो फिर एक्शन कमेटी डिसिप्लिनरी कमेटी उसके खिलाफ कार्रवाई करे। सब कुछ देखा गया है और देखने के बाद ही शो कॉज नोटिस दिया गया। तो सर जो लोग डिमांड कर रहे हैं कि उनको पार्टी से निष्कासित कर देना चाहिए, बाहर निकाल देना जो चाहिए, होगा वो 1 हफ्ते के बाद। ਹੁਣ ਤੁਹਾਨੂੰ ਦੱਸਦੇ ਹਾਂ ਕਿ ਜਾਖੜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਿਉਂ ਕੀਤਾ ਗਿਆ ਹੈ। ਦਰਅਸਲ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਜਾਖੜ ਖਿਲਾਫ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਜਾਖੜ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਹਰੀਸ਼ ਚੌਧਰੀ ਨੇ ਆਪਣੀ ਚਿੱਠੀ ਦੇ ਵਿੱਚ ਲਿਖਿਆ ਸੀ, ਸਤਿਕਾਰਯੋਗ ਮੈਡਮ, ਮੈਂ ਤੁਹਾਡੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ ਕਿ ਸਾਡੇ ਸੀਨੀਅਰ ਲੀਡਰ ਸੁਨੀਲ ਜਾਖੜ ਨੇ ਕਾਂਗਰਸ ਪਾਰਟੀ ਦੇ ਲੀਡਰਾਂ ਦੀ ਤੁਲਨਾ ਪੈਰਾਂ ਦੀ ਜੁੱਤੀ ਨਾਲ ਕੀਤੀ ਹੈ ਅਤੇ ਕਿਹਾ ਕਿ ਪੈਰਾਂ ਦੀ ਜੁੱਤੀ ਸਿਰ ਤੇ ਨਹੀਂ ਰੱਖੀ ਜਾ ਸਕਦੀ। ਇਹ ਬਿਆਨ ਬੇਹੱਦ ਅਪਮਾਨਜਨਕ ਅਤੇ ਕਾਂਗਰਸ ਦੇ ਸਿਧਾਂਤਾਂ ਦੇ ਖਿਲਾਫ ਹੈ। ਪੰਜਾਬ ਚੋਣਾਂ ਤੋਂ ਪਹਿਲਾਂ ਜਾਖੜ ਦੇ ਵੱਲੋਂ ਦਿੱਤਾ ਗਿਆ ਬਿਆਨ ਕਿ 42 ਵਿਧਾਇਕ ਉਹਨਾਂ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਸਨ, ਪਰ ਉਹ ਹਿੰਦੂ ਹੋਣ ਕਰਕੇ ਉਹਨਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ। ਜਾਖੜ ਦੇ ਉਸ ਬਿਆਨ ਦੇ ਨਾਲ ਹਿੰਦੂ ਭਾਈਚਾਰਾ ਪਾਰਟੀ ਦੇ ਖਿਲਾਫ ਹੋ ਗਿਆ। ਸਿਰਫ ਪੰਜਾਬ ਵਿੱਚ ਹੀ ਨਹੀਂ, ਇਸ ਦਾ ਅਸਰ ਗੁਆਂਢੀ ਸੂਬਿਆਂ ਵਿੱਚ ਵੀ ਗਿਆ। ਪੰਜਾਬ ਚੋਣਾਂ ਦੇ ਨਤੀਜਿਆਂ ਬਾਅਦ ਵੀ ਜਾਖੜ ਨੇ ਕਈ ਪਾਰਟੀ ਲੀਡਰਾਂ ਦੇ ਖਿਲਾਫ ਬੋਲਿਆ, ਜਿਸ ਨਾਲ ਪਾਰਟੀ ਅੰਦਰ ਅਨੁਸ਼ਾਸਨਹੀਨਤਾ ਵਧੀ। ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜਾਖੜ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ। ਸੁਰਜੀਤ ਧੀਮਾਨ ਨੂੰ ਪਾਰਟੀ ਚੋਂ ਬਾਹਰ ਕਰ ਦਿੱਤਾ ਗਿਆ ਹੈ। ਸੁਨੀਲ ਜਾਖੜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਕਾਂਗਰਸ ਨੇ ਦੱਸ ਦਿੱਤਾ ਹੈ ਕਿ ਹੁਣ ਅਨੁਸ਼ਾਸਨਹੀਨਤਾ ਬਰਦਾਸ਼ਤ ਨਹੀਂ ਹੋਵੇਗੀ। ਹਾਈ ਕਮਾਂਡ ਦੇ ਇਸ ਸੈਕਸ਼ਨ ਤੋਂ ਬਾਅਦ ਪਾਰਟੀ ਦੇ ਅੰਦਰ ਹਲਚਲ ਤੇਜ਼ ਹੈ। ਦਿੱਲੀ ਤੋਂ ਰਵੀ ਮਿਸ਼ਰਾ ਦੇ ਨਾਲ ਰਵੀ ਸਿਸੋਦੀਆ, ਨਿਊਜ਼ 18। ਐਕਸ਼ਨ ਮੋਡ ਦੇ ਵਿੱਚ ਕਾਂਗਰਸ ਤੇ ਇਸ ਸਮੇਂ ਨਜ਼ਰ ਆ ਰਹੀ ਹੈ। ਇੱਕ ਆਗੂ ਦੇ ਖਿਲਾਫ ਐਕਸ਼ਨ ਹੋ ਗਿਆ ਪਾਰਟੀ ਤੋਂ ਬਾਹਰ ਤੇ ਦੂਜਾ ਵੱਡਾ ਆਗੂ ਹੈ ਪੰਜਾਬ ਦਾ, ਉਹਨਾਂ ਦੇ ਉੱਤੇ ਐਕਸ਼ਨ ਕੀ ਹੁੰਦਾ ਹੈ ਸਭ ਦੀ ਨਜ਼ਰ ਹੈ। ਕਾਰਨ ਦੱਸੋ ਨੋਟਿਸ ਤਾਂ ਜਾਰੀ ਹੋ ਗਿਆ। ਉਧਰ ਐਕਸ਼ਨ ਮੋਡ ਦੇ ਵਿਚਾਲੇ ਪੰਜਾਬ ਦੀ ਨਵੀਂ ਟੀਮ, ਪੰਜਾਬ ਕਾਂਗਰਸ ਦੀ ਨਵੀਂ ਟੀਮ ਦਿੱਲੀ ਦਰਬਾਰ ਦੇ ਵਿੱਚ ਪੇਸ਼ ਹੋਈ। ਨਵੇਂ ਪ੍ਰਧਾਨ ਰਾਜਾ ਵੜਿੰਗ ਤੇ ਹੋਰ ਨਵੇਂ ਅਹੁਦੇਦਾਰਾਂ ਨੇ ਸਵੇਰੇ ਰਾਹੁਲ ਗਾਂਧੀ ਨਾਲ ਰਸਮੀ ਮੁਲਾਕਾਤ ਕੀਤੀ ਤੇ ਫਿਰ ਸ਼ਾਮ ਨੂੰ ਸੋਨੀਆ ਗਾਂਧੀ ਦੇ ਨਾਲ ਵੀ। ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਰਾਜਾ ਵੜਿੰਗ ਨੇ ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਪਾਰਟੀ 'ਚ ਅਨੁਸ਼ਾਸਨਹੀਨਤਾ ਬਰਦਾਸ਼ਤ ਨਹੀਂ ਕੀਤੀ ਜਾਏਗੀ। ਭਾਵੇਂ ਉਹ ਕੋਈ ਵੀ ਹੋਵੇ, ਉਸ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਦਿਖਾਇਆ ਜਾਵੇਗਾ। ਰਾਜਾ ਵੜਿੰਗ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਇਸ ਬਾਰੇ ਰਾਹੁਲ ਗਾਂਧੀ ਵੀ ਸਪਸ਼ਟ ਨੇ ਤੇ ਉਹਨਾਂ ਨੇ ਵੀ ਇਸ ਦੇ ਉੱਤੇ ਹਾਮੀ ਭਰ ਦਿੱਤੀ ਹੈ। डिसिप्लिन टॉलरेट नहीं होगा, चाहे वो कोई भी, चाहे वो राजा वड़िंग क्यों ना हो, जीरो टॉलरेट। ਪੰਜਾਬ ਕਾਂਗਰਸ ਦੇ ਵਿੱਚ ਨਵੇਂ ਰਾਜ ਦੀ ਸ਼ੁਰੂਆਤ ਹੈ ਤੇ ਰਾਜ ਪੰਜਾਬ ਕਾਂਗਰਸ ਦੇ ਨਵੇਂ ਰਾਜਾ ਅਮਰਿੰਦਰ ਸਿੰਘ ਰਾਜਾ ਵੜਿੰਗ ਲੈ ਕੇ ਆ ਰਹੇ ਨੇ। ਅਨੁਸ਼ਾਸਨਹੀਨਤਾ ਦੇ ਲਈ ਜ਼ੀਰੋ ਟੋਲਰੈਂਸ, ਭਾਵੇਂ ਉਹ ਟਵੀਟ ਕਰਨ ਵਾਲੇ ਹੋਣ ਜਾਂ ਪ੍ਰਦਰਸ਼ਨ ਕਰਨ ਵਾਲੇ, ਉਹਨਾਂ ਨੂੰ ਦਿਖਾਇਆ ਜਾਵੇਗਾ ਪਾਰਟੀ ਤੋਂ ਬਾਹਰ ਦਾ ਰਸਤਾ।
ਇਸ ਤੇ ਰਾਹੁਲ ਗਾਂਧੀ ਵੀ ਰਾਜਾ ਵੜਿੰਗ ਦੇ ਨਾਲ ਸਹਿਮਤ ਨੇ। इनडिसिप्लिन टॉलरेट नहीं होगा, चाहे वो कोई भी हो, चाहे वो राजा वड़िंग क्यों ना हो जिसको 2 दिन हुए प्रदेश अध्यक्ष बने हुए। अगर कि कोई इनडिसिप्लिन मैं क्रिएट करता हूं, कोई ऐसी बात करता हूं, तो मेरे को भी पार्टी की बात का रास्ता दिखा देना चाहिए। एक मजबूत जीरो टॉलरेंस। ਹਾਲਾਂਕਿ ਰਾਜਾ ਵੜਿੰਗ ਨੇ ਇਹ ਵੀ ਕਿਹਾ ਕਿ ਸਾਨੂੰ ਨਵਜੋਤ ਸਿੱਧੂ ਵੀ ਚਾਹੀਦਾ ਹੈ ਤੇ ਜਾਖੜ ਦੀ ਵੀ ਜ਼ਰੂਰਤ ਹੈ, ਪਰ ਸਭ ਤੋਂ ਪਹਿਲਾਂ ਅਨੁਸ਼ਾਸਨ ਜ਼ਰੂਰੀ ਹੈ। हमारे को सबकी जरूरत है, चाहे वो नवजोत सिंह सिद्धू जी हैं, चाहे कोई जाखड़ जी हैं, चाहे कोई भी बंदा है, सानू सारिਆਂ ਦੀ ਜ਼ਰੂਰਤ ਹੈ। सानू एक छोटे ਜਿਹੇ कार्यकर्ता ਦੀ ਵੀ ਜ਼ਰੂਰਤ है, पर शर्त है कि डिसिप्लिन कायम रहना चाहिए, डिसिप्लिन कायम होना चाहिए। ਕਾਂਗਰਸ ਦੇ ਵਿੱਚ ਐਕਸ਼ਨ ਵਾਲਾ ਇਹ ਰਾਜ ਉਸ ਵੇਲੇ ਤੋਂ ਹੀ ਸ਼ੁਰੂ ਹੋ ਗਿਆ ਜਦੋਂ ਤੋਂ ਰਾਜਾ ਵੜਿੰਗ ਨੇ ਕਮਾਨ ਸੰਭਾਲੀ। ਸ਼ਨੀਵਾਰ ਰਾਤ ਨੂੰ ਕਾਂਗਰਸ ਨੇ ਰਾਜਾ ਵੜਿੰਗ ਨੂੰ ਪੀਪੀਸੀਸੀ ਦਾ ਪ੍ਰਧਾਨ ਲਗਾਇਆ ਤੇ ਐਤਵਾਰ ਨੂੰ ਰਾਜਾ ਵੜਿੰਗ ਦੇ ਖਿਲਾਫ ਬਿਆਨਬਾਜ਼ੀ ਕਰਨ ਵਾਲੇ ਸੁਰਜੀਤ ਧੀਮਾਨ ਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਗਿਆ। ਇਹ ਉਹਨਾਂ ਲੋਕਾਂ ਦੇ ਲਈ ਵੀ ਸੰਕੇਤ ਨੇ ਜੋ ਪੰਜਾਬ ਕਾਂਗਰਸ ਦੀ ਨਵੀਂ ਟੀਮ ਦੀ ਮੁਖਾਲਫਤ ਕਰ ਰਹੇ ਸਨ। ਹਾਲਾਂਕਿ ਸੁਰਜੀਤ ਧੀਮਾਨ ਦੇ ਵੱਲੋਂ ਲੱਡੂ ਵੰਡ ਕੇ ਬਰਖਾਸਤਗੀ ਦਾ ਜਸ਼ਨ ਮਨਾਉਣਾ ਵੀ ਕਈ ਤਰ੍ਹਾਂ ਦੇ ਸਵਾਲ ਜ਼ਰੂਰ ਖੜੇ ਕਰਦਾ ਹੈ। ਦਿੱਲੀ ਤੋਂ ਰਵੀ ਮਿਸ਼ਰਾ, ਨਿਊਜ਼ 18 ਪੰਜਾਬ। ਤੇ ਤਸਵੀਰ ਜਿਹੜੀ ਸਵੇਰ ਦੀ ਦਿਖਾਣੇ ਜਿਸ ਦੇ ਵਿੱਚ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਹੈ ਰਾਜਾ ਵੜਿੰਗ ਤਸਵੀਰ 'ਚ ਨਜ਼ਰ ਆ ਰਹੇ ਨੇ। ਨਵੇਂ ਪ੍ਰਧਾਨ ਬਣੇ ਨੇ ਪੰਜਾਬ ਕਾਂਗਰਸ ਦੇ ਸੀਐਲਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਤੁਹਾਨੂੰ ਨਜ਼ਰ ਆ ਰਹੇ ਨੇ ਤੇ ਉਸ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਜਿਨ੍ਹਾਂ ਨੂੰ ਕਾਰਜਕਾਰੀ ਪ੍ਰਧਾਨ ਪੰਜਾਬ ਤਾਂ ਗਾਂਧੀ ਪਰਿਵਾਰ ਨੂੰ ਪੰਜਾਬ ਦੀ ਨਵੀਂ ਟੀਮ ਮਿਲੀ। ਉਧਰ ਇਸ ਸਭ ਦੇ ਵਿਚਾਲੇ ਕਾਂਗਰਸ ਦੇ ਵਿੱਚੋਂ ਕੱਢੇ ਗਏ ਸੁਰਜੀਤ ਧੀਮਾਨ ਜਸ਼ਨ ਮਨਾ ਰਹੇ ਨੇ, ਲੱਡੂ ਵੰਡ ਰਹੇ ਨੇ। ਪਾਰਟੀ ਤੋਂ ਉਹਨਾਂ ਨੂੰ ਬਾਹਰ ਕੀਤਾ ਗਿਆ ਤੇ ਹੁਣ ਉਹ ਲੱਡੂ ਵੰਡ ਕੇ ਆਪਣੇ ਸਾਥੀਆਂ ਨਾਲ ਖੁਸ਼ੀ ਮਨਾਉਂਦੇ ਹੋਏ ਨਜ਼ਰ ਆਏ ਤੇ ਆਪਣੇ ਪੁਰਾਣੇ ਸਟੈਂਡ ਦੇ ਉੱਤੇ ਕਾਇਮ ਵੀ ਨਜ਼ਰ ਆਉਂਦੇ ਨੇ। ਪੰਜਾਬ ਕਾਂਗਰਸ ਦੇ ਵਿੱਚ ਵੱਡੇ ਉਥਲ-ਪੁਥਲ ਹੋਏ ਨੇ। ਤੁਹਾਨੂੰ ਦੱਸ ਦਈਏ ਕਿ ਰਾਜਾ ਵੜਿੰਗ ਪ੍ਰਧਾਨ ਬਣੇ ਨੇ ਪੰਜਾਬ ਕਾਂਗਰਸ ਦੇ ਤੇ ਉਸ ਤੋਂ ਬਾਅਦ ਸੁਰਜੀਤ ਸਿੰਘ ਧੀਮਾਨ ਨੂੰ ਉਹਨਾਂ ਦੇ ਸ਼ਬਦੀ ਹਮਲਿਆਂ ਕਾਰਨ ਪਾਰਟੀ ਵਿੱਚੋਂ ਬਾਹਰ ਕੀਤਾ ਗਿਆ ਤੇ ਹੁਣ ਇਸ ਵਕਤ ਅਸੀਂ ਧੀਮਾਨ ਸਾਹਿਬ ਦੇ ਕੋਲੇ ਮੌਜੂਦ ਹਾਂ। ਧੀਮਾਨ ਸਾਹਿਬ ਕਿਵੇਂ ਦੇਖਦੇ ਹੋ? ਤੁਸੀਂ ਪਹਿਲਾਂ ਵੀ ਬਿਆਨ ਦਿੱਤੇ ਨੇ ਆਪਣੀ ਪਾਰਟੀ ਦੇ ਖਿਲਾਫ ਜਦੋਂ ਤੁਸੀਂ ਕਾਂਗਰਸ ਦੇ ਵਿੱਚ ਸੀ, ਹੁਣ ਬਿਆਨ ਦਿੱਤੇ ਨੇ ਤਾਂ ਤੁਹਾਨੂੰ ਪਾਰਟੀ ਚੋਂ ਬਾਹਰ ਕਰ ਦਿੱਤਾ ਗਿਆ। ਇਹਦਾ ਤਾਂ ਦੇਖੋ ਪਾਰਟੀ ਵਾਲੇ ਹੀ ਵੱਧ ਜਵਾਬ ਦੇ ਸਕਦੇ ਕਿ ਹੁਣ ਮੈਨੂੰ ਕਿਉਂ ਬਾਹਰ ਕਰਿਆ ਗਿਆ, ਪਹਿਲਾਂ ਕਿਉਂ ਨਹੀਂ ਬਾਹਰ ਕਰਿਆ ਗਿਆ। ਹੁਣ ਮੈਂ ਤਾਂ 2017 ਤੋਂ ਲੈ ਕੇ ਕਾਂਗਰਸ ਪਾਰਟੀ ਦੇ ਜੋ ਵੀ ਗਤੀਵਿਧੀਆਂ ਕਾਂਗਰਸ ਪਾਰਟੀ ਨੇ ਪੰਜਾਬ ਦੇ ਨਾਲ ਜੋ ਕਹਿ ਕੇ ਅਸੀਂ ਸੱਤਾ ਦੇ ਵਿੱਚ ਆਏ ਉਹ ਅਸੀਂ ਵਾਅਦੇ ਪੂਰੇ ਨਹੀਂ ਕਰੇ। ਮੈਂ ਤਾਂ 2017 ਤੋਂ ਲੈ ਕੇ ਨੁਕਤੇਚੀਨੀ ਕਰਦਾ ਰਿਹਾ, ਆਵਾਜ਼ ਆਪਦੀ ਉਠਾਉਂਦਾ ਰਿਹਾ, ਅੱਜ ਵੀ ਉਠਾਈ ਹੈ। ਅੱਜ ਵੀ ਕਾਹਦੇ ਵਾਸਤੇ ਉਠਾਈ ਹੈ? ਮੇਰਾ ਕੁਛ ਜਾਤੀ ਵਿਰੋਧ ਨਹੀਂ ਹੈ। ਅੱਜ ਹੀ ਮੈਂ ਕਹਿਣਾ ਚਾਹਿਆ ਕਿ ਤੁਸੀਂ ਨੇ ਜਿਹੜਾ ਪ੍ਰਧਾਨ ਪਹਿਲਾਂ ਨਵਜੋਤ ਸਿੱਧੂ ਲਾਇਆ ਸੀ ਉਹਦੇ ਹੱਥ ਬੰਨ੍ਹ ਤੇ ਤੁਸੀਂ ਉਹਨੂੰ ਕੰਮ ਨਹੀਂ ਕਰਨ ਦਿੱਤਾ। ਇਸ ਕਰਕੇ ਸਾਨੂੰ ਆਹ ਟਾਈਮ ਦੇਖਣਾ ਪਿਆ। ਅਗਰ ਤੁਸੀਂ ਉਹਨੂੰ ਫਰੀ ਹੈਂਡ ਛੱਡ ਦਿੰਦੇ ਸ਼ਾਇਦ ਆਹ ਟਾਈਮ ਅਸੀਂ ਨਾ ਦੇਖਦੇ। ਔਰ ਅੱਜ ਜੇ ਤੁਸੀਂ ਉਹਨੂੰ ਪ੍ਰਧਾਨ ਬਦਲ ਲਿਆ, ਸਾਰੇ ਪ੍ਰਧਾਨਾਂ ਤੋਂ ਅਸਤੀਫੇ ਲਏ, ਸਭ ਤੋਂ ਪਹਿਲਾਂ ਤਾਂ ਜਿਹੜੀ ਸੈਂਟਰ ਦੀ ਦਿੱਲੀ ਦੀ ਕਾਂਗਰਸ ਹੈ ਉਹਨੂੰ ਅਸਤੀਫੇ ਦੇਣੇ ਬਣਦੇ ਨੇ ਕਿਉਂਕਿ ਉਹਨਾਂ ਦੀ ਵੀ ਓਡੀ ਵੱਡੀ ਨਲਾਇਕੀ ਹੈ। ਹੁਣ ਇਹ 'ਚ ਕੋਈ ਸੂਬਿਆਂ ਦੇ ਪ੍ਰਧਾਨਾਂ ਤੋਂ ਅਸਤੀਫੇ ਲੈ ਲਏ, ਇਹ ਕਿੱਧਰਲਾ ਨੇ? ਪਹਿਲਾਂ ਉਹਨਾਂ ਨੂੰ ਅਸਤੀਫਾ ਦੇਣਾ ਬਣਦਾ ਤੇ ਫਿਰ ਸੂਬੇ ਦੇ ਪ੍ਰਧਾਨਾਂ ਤੋਂ ਅਸਤੀਫੇ ਲੈ ਲੈਂਦੇ, ਕੋਈ ਡਰ ਨਹੀਂ ਸੀ। ਔਰ ਜੇ ਇਹਨਾਂ ਨੇ ਨਵਾਂ ਪ੍ਰਧਾਨ ਬਣਾਇਆ ਫਿਰ ਹੁਣ ਇਹ ਕਿਸ ਹੈਸੀਅਤ ਨਾਲ ਬਣਾਇਆ? ਇਹ ਉਹੀ ਬੰਦਾ ਜਿਹਨੂੰ ਸਾਰੇ ਪੰਜਾਬ ਦੇ ਲੋਕ ਜਾਣਦੇ ਨੇ ਕਿ ਇਹ ਜਦੋਂ ਯੂਥ ਦਾ ਪ੍ਰਧਾਨ ਸੀ 2 ਸੂਬਿਆਂ ਦੇ, ਜਦੋਂ ਇਹਨੂੰ ਇੰਚਾਰਜ ਲਾਇਆ ਉਦੋਂ ਪੈਸੇ ਟਿਕਟਾਂ ਵੇਚ ਕੇ ਆਇਆ ਤੇ ਉਹੀ ਪ੍ਰਧਾਨ ਹੈ ਕਿ ਉਹਦਾ ਨਿਯਮ ਦਿੱਤਾ ਇਹਨੂੰ? ਜਾਂ ਇਹ ਕਹਿ ਲਈਏ ਕਿ ਇਹਨੂੰ ਤਜਰਬਾ ਜ਼ਿਆਦਾ ਤਾਂ ਪ੍ਰਧਾਨ ਲਾਤਾ ਵੀ ਗਾਹਾਂ ਲੋਕ ਸਭਾ ਦੇ ਚੋਣਾਂ ਆਉਣਗੀਆਂ, 27 'ਚ ਚੋਣਾਂ ਆਉਣਗੀਆਂ, ਉਦੋਂ ਚੰਗੀ ਤਰ੍ਹਾਂ ਟਿਕਟਾਂ ਦੇ ਸੌਦੇ ਕਰ ਲੂਗਾ ਇਹ। ਹੁਣ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ। ਵੱਡੀ ਖਬਰ ਇਸ ਸਮੇਂ ਆ ਰਹੀ ਹੈ। ਸਨਅਤ ਵਿਭਾਗ ਦੇ ਨਾਲ ਮੁੱਖ ਮੰਤਰੀ ਨੇ ਮੀਟਿੰਗ ਕੀਤੀ ਹੈ। ਕਲੀਅਰੈਂਸ ਪ੍ਰਕਿਰਿਆ ਨੂੰ ਆਸਾਨ ਬਣਾਉਣ ਦੇ ਲਈ ਜਿਹੜਾ ਡਿਪਾਰਟਮੈਂਟ ਹੈ ਉਸ ਨੂੰ ਕਿਹਾ ਗਿਆ, ਉਸ ਨੂੰ ਤਾਕੀਦ ਕੀਤੀ ਗਈ ਹੈ ਰੋਜ਼ਗਾਰ ਦੇਣ ਵਾਲੀ ਇੰਡਸਟਰੀ ਦੇ ਉੱਤੇ ਖਾਸ ਫੋਕਸ ਕੀਤਾ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਰੋਜ਼ਗਾਰ ਮਿਲੇ। ਸਿੰਗਲ ਵਿੰਡੋ ਸਿਸਟਮ ਨੂੰ ਵੀ ਮਜ਼ਬੂਤ ਬਣਾਓ, ਇਹ ਵੀ ਮੁੱਖ ਮੰਤਰੀ ਦੇ ਵੱਲੋਂ ਕਿਹਾ ਗਿਆ। ਤਾਂ ਜਿਹੜਾ ਇੰਡਸਟਰੀ ਡਿਪਾਰਟਮੈਂਟ ਹੈ ਪੰਜਾਬ ਸਰਕਾਰ ਦਾ, ਉਹਨਾਂ ਨੂੰ ਇਹ ਤਾਕੀਦ ਦਿੱਤੀ ਗਈ ਹੈ। ਉਹਨਾਂ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਮੁੱਖ ਮੰਤਰੀ ਪੰਜਾਬ ਨੇ ਕੀਤੀ ਹੈ ਤੇ ਜਿਹੜੇ ਅਹਿਮ ਇਸ਼ੂਜ਼ ਹੁੰਦੇ ਨੇ
ਖਾਸ ਤੌਰ ਤੇ ਹੁੰਦਾ ਹੈ ਕਿ ਅਪਰੂਵਲਸ ਬਹੁਤ ਸਾਰੀਆਂ ਥਾਵਾਂ ਤੋਂ ਲੈਣੇ ਪੈਂਦੇ ਨੇ, ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ। ਜੇਕਰ ਕਿਸੇ ਨੇ ਇੰਡਸਟਰੀ ਲਗਾਉਣੀ ਹੈ ਪੰਜਾਬ ਦੇ ਵਿੱਚ ਤਾਂ ਅਲੱਗ-ਅਲੱਗ ਥਾਵਾਂ ਤੋਂ ਜਾ ਕੇ ਅਪਰੂਵਲਸ ਲੈਣੀਆਂ ਪੈਂਦੀਆਂ ਨੇ, ਇਸ ਕਰਕੇ ਬਹੁਤ ਸਮਾਂ ਲੱਗ ਜਾਂਦਾ ਹੈ। ਤਾਂ ਉਸ ਨੂੰ ਸਿੰਗਲ ਵਿੰਡੋ ਕਿਹਾ ਜਾਂਦਾ ਹੈ ਕਿ ਤੁਹਾਨੂੰ ਇੱਕ ਥਾਂ ਦੇ ਉੱਤੇ ਜਾ ਕੇ ਹੀ ਸਾਰੀਆਂ ਜਿਹੜੀਆਂ ਕਲੀਅਰੈਂਸ ਨੇ ਉਹ ਮਿਲ ਜਾਣਗੀਆਂ। ਕਲੀਅਰੈਂਸ ਪ੍ਰਕਿਰਿਆ ਬੜੀ ਔਖੀ ਹੁੰਦੀ ਹੈ, ਤਾਂ ਸੀਐਮ ਉਸ ਦੇ ਉੱਤੇ ਫੋਕਸ ਕਰਦੇ ਨਜ਼ਰ ਆ ਰਹੇ ਨੇ ਕਿ ਜਿਹੜੀ ਕਲੀਅਰੈਂਸ ਪ੍ਰਕਿਰਿਆ ਹੈ ਉਸ ਨੂੰ ਆਸਾਨ ਬਣਾ ਦਿੱਤਾ ਜਾਵੇ, ਸੌਖਾ ਕਰ ਦਿੱਤਾ ਜਾਵੇ। ਜੇਕਰ ਕੋਈ ਆਪਣੀ ਇੰਡਸਟਰੀ ਲਗਾਉਣਾ ਚਾਹੁੰਦਾ ਹੈ, ਕੋਈ ਛੋਟੇ ਸਕੇਲ ਦੇ ਉੱਤੇ, ਕੋਈ ਵੱਡੇ ਸਕੇਲ ਦੇ ਉੱਤੇ, ਕੋਈ ਬਾਹਰੋਂ ਆ ਕੇ ਇਨਵੈਸਟ ਕਰਨਾ ਚਾਹੁੰਦਾ ਹੈ ਪੰਜਾਬ ਦੇ ਵਿੱਚ, ਤਾਂ ਉਸ ਨੂੰ ਆਸਾਨੀ ਹੋਵੇ, ਉਸ ਨੂੰ ਇੱਕ ਪਲੇਟਫਾਰਮ ਮਿਲ ਸਕੇ। ਇਹ ਨਾ ਹੋਵੇ ਕਿ ਉਹ ਜਿਹੜੀ ਕਲੀਅਰੈਂਸ ਵਾਲੀ ਪ੍ਰਕਿਰਿਆ ਉਹ ਇੰਨੀ ਜ਼ਿਆਦਾ ਗੁੰਝਲਦਾਰ ਹੋਵੇ ਕਿ ਸਮਾਂ ਬਹੁਤ ਲੱਗ ਜਾਵੇ। ਤਾਂ ਇਹ ਅਹਿਮ ਪੁਆਇੰਟਸ ਨੇ ਜੋ ਡਿਸਕਸ ਹੋਏ ਨੇ ਇਸ ਮੀਟਿੰਗ ਦੇ ਦੌਰਾਨ। ਤੇ ਇਹ ਵੀ ਸੀਐਮ ਦੇ ਵੱਲੋਂ ਕਿਹਾ ਗਿਆ ਕਿ ਖਾਸ ਤੌਰ ਤੇ ਤੁਸੀਂ ਫੋਕਸ ਉਸ ਇੰਡਸਟਰੀ ਦੇ ਉੱਤੇ ਦਿਵੋ ਜਿੱਥੇ ਰੋਜ਼ਗਾਰ ਜ਼ਿਆਦਾ ਹੁੰਦੇ ਹੈ। ਹੁਣ ਦੋ ਤਰ੍ਹਾਂ ਦੀ ਇੰਡਸਟਰੀ ਹੁੰਦੀ ਹੈ, ਇੱਕ ਹੁੰਦੀ ਹੈ ਬਿਲਕੁਲ ਮਸ਼ੀਨਾਂ ਤੇ ਆਧਾਰਿਤ ਇੰਡਸਟਰੀ ਜਿੱਥੇ ਰੋਜ਼ਗਾਰ ਉਹਨੇ ਵੱਡੇ ਪੱਧਰ ਦੇ ਉੱਤੇ ਨਹੀਂ ਮਿਲਦਾ, ਪਰ ਬਹੁਤ ਸਾਰੀਆਂ ਜ਼ਿਆਦਾਤਰ ਇੰਡਸਟਰੀ ਅਜਿਹੀ ਹੁੰਦੀ ਹੈ ਕਿ ਜਿੱਥੇ ਰੋਜ਼ਗਾਰ ਬਹੁਤ ਵੱਡੇ ਪੱਧਰ ਦੇ ਉੱਤੇ ਹੁੰਦਾ ਹੈ। ਤੁਸੀਂ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਚਲੇ ਜਾਓ ਜਿੱਥੇ ਇੰਡਸਟਰੀ ਹੈ, ਮੰਡੀ ਗੋਬਿੰਦਗੜ੍ਹ, ਲੁਧਿਆਣਾ, ਜਲੰਧਰ ਜਾਂ ਫਿਰ ਹੋਰ ਜਿਹੜੇ ਪੰਜਾਬ ਦੇ ਹਿੱਸੇ ਨੇ ਜਿੱਥੇ ਬਹੁਤ ਵੱਡੀ ਵੱਡੀ ਇੰਡਸਟਰੀ ਲੱਗੀ ਹੋਈ, ਤਾਂ ਇੱਕ ਇੱਕ ਇੰਡਸਟਰੀ ਦੇ ਵਿੱਚ 500 1000 ਜਿਹੜੇ ਲੋਕ ਨੇ ਉਹ ਕੰਮ ਕਰਦੇ ਨੇ। ਉਹ ਅਲੱਗ-ਅਲੱਗ ਜਿਹੜੇ ਤੁਸੀਂ ਕਹਿ ਸਕਦੇ ਹੋ ਕੈਟਾਗਰੀ ਦੇ ਵਿੱਚ ਮਜ਼ਦੂਰ ਵਰਗ ਵੀ ਹੁੰਦਾ, ਉਹਨਾਂ ਦੇ ਵਿੱਚ ਕਲਰਕ ਵੀ ਹੁੰਦੇ ਨੇ, ਉਹਨਾਂ ਦੇ ਵਿੱਚ ਹੋਰ ਵੱਡੇ ਅਹੁਦਿਆਂ ਦੇ ਉੱਤੇ ਵੀ ਹੁੰਦੇ ਨੇ। ਯਾਨੀ ਰੋਜ਼ਗਾਰ ਹੁੰਦਾ ਉਹ ਪੰਜਾਬ ਦੇ ਲੋਕਾਂ ਦੇ ਲਈ, ਜਾਂ ਜਿਹੜੇ ਪੰਜਾਬ ਦੇ ਵਿੱਚ ਲੋਕ ਰਹਿ ਰਹੇ ਨੇ ਉਹਨਾਂ ਦੇ ਲਈ ਰੋਜ਼ਗਾਰ ਦਾ ਇੱਕ ਵੱਡਾ ਸਾਧਨ ਹੁੰਦਾ ਹੈ। ਤਾਂ ਹੁਣ ਉਸ ਨੂੰ ਆਸਾਨ ਕੀਤਾ ਜਾਵੇ, ਫੋਕਸ ਇਸ ਸਮੇਂ ਨਜ਼ਰ ਆ ਰਿਹਾ ਹੈ ਸੀਐਮ ਦਾ। ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਮਸਲੇ ਹੱਲ ਕਰਨ ਸੂਬੇ ਦੇ ਲੋਕਾਂ ਤੋਂ ਸਮਾਂ ਮੰਗਿਆ ਕਿ ਸਮਾਂ ਦਿਵੋ, ਮਸਲੇ ਹੱਲ ਹੋਣਗੇ, ਤੇ ਭਰੋਸਾ ਦਿੱਤਾ ਹੈ ਕਿ ਸਾਰੇ ਮਸਲਿਆਂ ਦਾ ਹੱਲ ਹੋਵੇਗਾ। ਪਰ ਵਿਰੋਧੀ ਧਿਰਾਂ ਮਾਨ ਦੇ ਵੱਲੋਂ ਮੰਗੇ ਸਮੇਂ ਤੇ ਆਪਣੀ ਅੰਦਾਜ਼ ਦੇ ਵਿੱਚ ਤੰਜ ਕੱਸ ਰਹੀਆਂ ਨੇ। ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਬਣੀ ਨੂੰ ਕਰੀਬ 1 ਮਹੀਨਾ ਹੋਣ ਵਾਲਾ ਹੈ, ਪਰ ਵਿਰੋਧੀ ਧਿਰਾਂ ਲਗਾਤਾਰ ਸਰਕਾਰ ਨੂੰ ਉਸ ਦੇ ਵਾਅਦੇ ਯਾਦ ਕਰਵਾ ਰਹੀਆਂ ਨੇ। ਚੋਣ ਵਾਅਦਿਆਂ ਤੋਂ ਲੈ ਕੇ ਕਾਨੂੰਨ ਵਿਵਸਥਾ ਤੱਕ ਸਵਾਲ ਪੁੱਛੇ ਜਾ ਰਹੇ ਨੇ। ਸਿਰਫ ਵਿਰੋਧੀ ਧਿਰਾਂ ਹੀ ਨਹੀਂ, ਪੰਜਾਬ ਦੇ ਲੋਕ ਵੀ ਹੁਣ ਮੰਤਰੀਆਂ ਅੱਗੇ ਚਿੱਟਾ ਰੱਖ ਕੇ ਸਵਾਲ ਪੁੱਛ ਰਹੇ ਨੇ ਕਿ ਇਹ ਕੋਡ ਕਦੋਂ ਖਤਮ ਹੋਵੇਗਾ। ਵਿਰੋਧੀ ਧਿਰਾਂ ਤੇ ਪੰਜਾਬ ਦੇ ਲੋਕਾਂ ਦੇ ਸਵਾਲਾਂ ਵਿਚਾਲੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਜਵਾਬ ਦਿੱਤਾ ਹੈ। ਸੀਐਮ ਮਾਨ ਨੇ ਆਪਣੀ ਫੇਸਬੁੱਕ ਪੋਸਟ ਤੇ ਲਿਖਿਆ, ਪੰਜਾਬੀਓ ਥੋੜਾ ਸਮਾਂ ਦਿਓ, ਥੋੜਾ ਸਬਰ ਕਰੋ, ਕੋਈ ਵੀ ਚੀਜ਼ ਅਜਿਹੀ ਨਹੀਂ ਹੈ ਜੋ ਮੈਨੂੰ ਮੂੰਹ ਜ਼ਬਾਨੀ ਯਾਦ ਨਾ ਹੋਵੇ। ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਜਲਦਬਾਜ਼ੀ ਨਾ ਕਰੀਏ, ਥੋੜਾ ਸਮਾਂ ਤਾਂ ਲੱਗੇਗਾ, ਸਭ ਦੇ ਮਸਲੇ ਹੱਲ ਹੋਣਗੇ, ਕੋਈ ਵੀ ਵਿਅਕਤੀ ਅਜਿਹਾ ਨਹੀਂ ਹੋਵੇਗਾ ਜਿਸ ਦੀ ਨਹੀਂ ਸੁਣੀ ਜਾਵੇਗੀ। ਉਧਰ ਵਿਰੋਧੀ ਧਿਰਾਂ ਮੁੱਖ ਮੰਤਰੀ ਨੂੰ ਸਮਾਂ ਦੇਣ ਦੇ ਲਈ ਤਿਆਰ ਨੇ, ਪਰ ਨਾਲ ਹੀ ਤੰਜ ਭਰੇ ਲਹਿਜੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਅੰਗਰੇਜ਼ਾਂ ਨੂੰ ਪੜ੍ਹਾਈ ਕਰਾਉਣ ਦੇ ਲਈ ਸਮਾਂ ਨਹੀਂ ਮਿਲੇਗਾ। ਵੈਂਡੇਟਾ ਪੋਲਿਟਿਕਸ ਛੱਡੋ ਤੇ ਡਿਵੈਲਪਮੈਂਟ ਕਮਿਟਮੈਂਟਸ ਜਿਨ੍ਹਾਂ ਲਈ ਤੁਹਾਨੂੰ 92 ਸੀਟਾਂ ਪੰਜਾਬੀਆਂ ਨੇ ਦਿੱਤੀਆਂ, ਉਹਨਾਂ ਤੇ ਆਪਣੇ ਰਿਜ਼ਲਟ ਸ਼ੋਅ ਕਰੋ। ਐਂਡ ਇੱਕ ਗੱਲ ਮੈਂ ਜ਼ਰੂਰ ਇਹ ਕਹਿਣੀ ਚਾਹੁੰਦਾ ਕਿ ਅੰਗਰੇਜ਼ਾਂ ਨੂੰ ਨੌਕਰੀਆਂ ਦੇਣ ਤੋਂ ਪਹਿਲਾਂ ਆਪਣੇ ਮੁੰਡਿਆਂ ਨੂੰ ਸਾਰਿਆਂ ਨੂੰ ਦੇ ਦੇਣਾ, ਤਾਂ ਕਿ ਇਹ ਨਾ ਹੋਵੇ ਕਿ ਅੰਗਰੇਜ਼ਾਂ ਕੋਲ ਜਾ ਕੇ ਨੌਕਰੀਆਂ ਲੈ ਲੈਣ ਤੇ ਅੰਗਰੇਜ਼ ਇੱਥੇ ਬੁਲਾਉਣੇ ਪੈਣ, ਸਾਡੇ ਕੋਲ ਕੰਮ ਕਰਨ ਵਾਲਾ ਕੋਈ ਨਾ ਰਹੇ। ਕੱਲ ਵੀ ਕਿਸੇ ਮੈਂ ਚੈਨਲ ਤੇ ਦੇਖ ਰਿਹਾ ਸੀ ਜੋ ਕਹਿੰਦੇ ਸੀ ਅੰਗਰੇਜ਼ ਬੁਲਾ ਰਹੇ, ਤੁਸੀਂ ਪਹਿਲੀ ਵਾਰ ਵੀ ਉਹ ਬਿਜ਼ਨਸ ਕਰਨੀ ਆਈ ਸੀ ਇੱਥੇ, ਤੇ ਫਿਰ ਕਈ ਸਾਲ ਚੜਾਉਂਦੇ ਰਹੇ, ਤੇ ਨਾਲੇ ਇਹ ਜਿਹੜਾ ਹੁਣ ਇਨਕਲਾਬ ਅੱਗੇ ਤੇ ਉਹਨਾਂ ਨੂੰ ਬੁਲਾਉਣ ਲਈ ਹੋ ਰਿਹਾ, ਅੱਗੇ ਤਾਂ ਉਹਨਾਂ ਨੂੰ ਭਜਾਉਣ ਲਈ ਹੋ ਰਿਹਾ ਸੀਗਾ। ਰਵਾਇਤੀ ਪਾਰਟੀਆਂ ਨੂੰ ਲਾਂਭੇ ਕਰਕੇ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ, ਇਸ ਲਈ ਪਾਰਟੀ ਤੋਂ ਉਮੀਦਾਂ ਵੀ ਵੱਡੀਆਂ ਨੇ। ਲੋਕ ਬਹੁਤ ਜਲਦ ਬਦਲਾਅ ਦੇਖਣ ਦੀ ਆਸ ਵਿੱਚ ਨੇ, ਪਰ ਮੁੱਖ ਮੰਤਰੀ ਭਰੋਸਾ ਦੇ ਰਹੇ ਨੇ ਬਦਲਾਅ ਹੋਵੇਗਾ ਜ਼ਰੂਰ, ਪਰ ਥੋੜਾ ਸਮਾਂ ਦਿਓ। ਚੰਡੀਗੜ੍ਹ ਤੋਂ ਅਮਨ ਭਰਦਵਾਜ ਦੇ ਨਾਲ ਬਿਊਰੋ ਰਿਪੋਰਟ, ਨਿਊਜ਼ 18। ਹੁਣ ਅੱਗੇ ਵਧਦੇ ਹਾਂ ਤੇ ਗੱਲ ਖੇਤੀ ਕਾਨੂੰਨਾਂ ਦੀ। ਖੇਤੀ ਕਾਨੂੰਨ 2020 ਦੇ ਵਿੱਚ ਕੇਂਦਰ ਦੀ ਸਰਕਾਰ ਲੈ ਕੇ ਆਈ, ਜ਼ਬਰਦਸਤ ਵਿਰੋਧ ਹੋਇਆ ਤੇ ਆਖਿਰ ਵਾਪਸ ਲੈਣੇ ਪਏ ਦਸੰਬਰ ਦੇ ਵਿੱਚ ਲੰਘੇ ਸਾਲ। ਤੇ ਹੁਣ ਕਰੀਬ 4-5 ਮਹੀਨਿਆਂ ਬਾਅਦ ਇੱਕ ਵਾਰ ਫਿਰ ਤੋਂ ਖੇਤੀ ਕਾਨੂੰਨਾਂ ਦਾ ਮੁੱਦਾ ਗੂੰਜ ਰਿਹਾ ਹੈ ਤੇ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਕਿਸਾਨਾਂ ਨੇ ਕਰੀਬ 1 ਸਾਲ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਅੰਦੋਲਨ ਕੀਤਾ, ਵਾਪਸ ਹੋ ਗਏ। ਹੁਣ 5 ਮਹੀਨੇ ਬਾਅਦ ਸਰਕਾਰ ਦੇ ਇੱਕ ਅਹਿਮ ਅਦਾਰੇ ਨੇ ਇਹ ਮੁੱਦਾ ਚੁੱਕਿਆ ਤਾਂ ਦੂਜੇ ਪਾਸੇ ਕਿਸਾਨ ਵੀ ਮੁੜ ਤੋਂ ਅੰਦੋਲਨ ਛੇੜਨ ਦੀ ਚੇਤਾਵਨੀ ਦੇ ਰਹੇ। ਖੇਤੀ ਕਾਨੂੰਨਾਂ ਦਾ ਮੁੱਦਾ ਇੱਕ ਵਾਰ ਫਿਰ ਤੋਂ ਉੱਠਿਆ ਹੈ। ਸਰਕਾਰ ਦੀਆਂ ਨੀਤੀਆਂ ਘੜਨ ਵਾਲੇ ਨੀਤੀ ਆਯੋਗ ਦੇ ਇੱਕ ਮੈਂਬਰ ਨੇ ਖੇਤੀ ਕਾਨੂੰਨਾਂ ਦੀ ਜ਼ੋਰਦਾਰ ਵਕਾਲਤ ਕੀਤੀ ਹੈ। ਖੇਤੀ ਦੇ ਸੁਧਾਰ ਦੇ ਲਈ ਖੇਤੀ ਕਾਨੂੰਨਾਂ ਦੀ ਸਖਤ ਜ਼ਰੂਰਤ ਦੱਸੀ ਹੈ। ਨੀਤੀ ਆਯੋਗ ਦੇ ਮੈਂਬਰ ਡਾਕਟਰ ਰਮੇਸ਼ ਚੰਦ ਨੇ ਕਿਹਾ,
ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਯਤਨਾਂ ਨੂੰ ਝਟਕਾ ਲੱਗਿਆ ਹੈ। ਖੇਤੀ ਖੇਤਰ 'ਚ ਸੁਧਾਰ ਬੇਹੱਦ ਜ਼ਰੂਰੀ ਨੇ। ਕੁਝ ਕਿਸਾਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਸਨ। ਮੈਨੂੰ ਲੱਗਦਾ ਹੈ ਕਿ ਇਸ ਤੇ ਤੁਰੰਤ ਸੂਬਿਆਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਖੇਤੀ ਖੇਤਰ 'ਚ ਸੁਧਾਰ ਲਈ ਲੋਕਾਂ ਦੇ ਸੁਝਾਅ ਸਾਡੇ ਕੋਲ ਆ ਰਹੇ ਨੇ, ਪਰ ਕਿਸ ਤਰ੍ਹਾਂ ਕਿਸ ਰੂਪ 'ਚ ਇਸ ਦੇ ਲਈ ਸਾਨੂੰ ਥੋੜਾ ਇੰਤਜ਼ਾਰ ਕਰਨਾ ਚਾਹੀਦਾ ਹੈ। ਨੀਤੀ ਆਯੋਗ ਦੇ ਮੈਂਬਰ ਦੇ ਬਿਆਨ ਤੇ ਕਿਸਾਨ ਆਗੂਆਂ ਦੇ ਵੱਲੋਂ ਤਿੱਖੇ ਪ੍ਰਤੀਕਰਮ ਸਾਹਮਣੇ ਆਏ ਨੇ। ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਖੇਤੀ ਕਾਨੂੰਨ ਦੁਬਾਰਾ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਫਿਰ ਤੋਂ ਅੰਦੋਲਨ ਛਿੜਿਆ ਜਾਵੇਗਾ। ਕੱਲ ਭਾਰਤ ਦੇ ਨੀਤੀ ਆਯੋਗ ਰਮੇਸ਼ ਚੰਦ ਜੀ ਦਾ ਬਿਆਨ ਆ ਗਿਆ ਵੀ ਅਸੀਂ ਦੁਬਾਰਾ ਰਾਜਾਂ ਨਾਲ ਸਲਾਹ ਕਰਕੇ ਖੇਤੀ ਕਾਨੂੰਨ ਲਿਆਵਾਂਗੇ ਔਰ ਖੇਤੀ ਕਾਨੂੰਨ ਚੰਗੇ ਸੀ, ਇਹ ਭਾਰਤ ਦੇ ਖੇਤੀ ਲਈ ਚੰਗੇ ਆ। ਇਹਦਾ ਗੁਣਗਾਨ ਵੀ ਉਹਨਾਂ ਨੇ ਕੀਤਾ। ਬਿਲਕੁਲ ਸਖਤ ਰੂਪ ਵਿੱਚ ਤਾੜਨਾ ਦਿੰਦੇ ਆ। ਜੇ ਭਾਰਤ ਸਰਕਾਰ ਕਿਤੇ ਦੁਬਾਰਾ ਖੇਤੀ ਦੇ ਕਾਨੂੰਨ ਲੈ ਕੇ ਆਈ ਤਾਂ 130 ਕਰੋੜ ਭਾਰਤ ਦੇ ਲੋਕ ਇਹਨਾਂ ਦੇ ਖਿਲਾਫ ਪ੍ਰਚੰਡ ਜਿਹੜਾ ਅੰਦੋਲਨ ਸ਼ੁਰੂ ਕਰਨਗੇ। ਅੱਜ ਉਹਨਾਂ ਦਾ ਬਿਆਨ ਆ ਗਿਆ ਤਾਂ ਸਾਡੀ ਮੀਟਿੰਗ ਵੀ ਅੱਜ ਮੁੱਲਾਂਪੁਰ ਦੇ ਵਿੱਚ ਬੁਲਾਈ ਹੋਈ ਸੀ ਸਾਡੀ ਪਹਿਲਾਂ ਹੀ। ਉਹਦੇ ਵਿੱਚ ਫੈਸਲਾ ਹੋ ਜਾਣਾ ਵੀ ਦਿੱਲੀ ਨੂੰ ਦੁਆਰੇ ਚਾਲੇ ਕਿੱਦਾਂ ਪਾਉਣੇ ਆ। ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਹੋਰ ਕਿਰਤੀ ਲੋਕਾਂ ਨੂੰ ਨਾਲ ਲੈ ਕੇ ਫਿਰ ਦਿੱਲੀ ਦੇ ਬਾਰਡਰਾਂ ਵੱਲ ਨੂੰ ਜਾਣ ਦੀ ਤਿਆਰੀ ਕਰਾਂਗੇ ਜੇ ਕੋਈ ਗਲਤ ਸਟੈਪ ਸਰਕਾਰ ਨੇ ਚੱਕਿਆ। ਨੀਤੀ ਆਯੋਗ ਦਾ ਤਰਕ ਹੈ ਕਿ ਖੇਤੀ ਕਾਨੂੰਨ ਲਿਆਂਦੇ ਬਿਨਾਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਮੁਸ਼ਕਲ ਹੈ, ਪਰ ਕਿਸਾਨ ਆਗੂਆਂ ਦਾ ਤਰਕ ਹੈ ਕਿ ਖੇਤੀ ਕਾਨੂੰਨ ਕਿਸਾਨੀ ਦੀ ਕਬਰ ਪੁੱਟਣ ਵਾਲੇ ਸਨ। ਇੱਕ ਸਾਲ ਕਿਸਾਨਾਂ ਨੇ ਦਿੱਲੀ ਦੇ ਬਾਰਡਰਾਂ ਤੇ ਖੇਤੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਅਤੇ ਅਖੀਰ ਨਵੰਬਰ 2021 ਦੇ ਵਿੱਚ ਕੇਂਦਰ ਸਰਕਾਰ ਨੇ ਤਿੰਨੇ ਖੇਤੀ ਕਾਨੂੰਨ ਵਾਪਸ ਲੈ ਲਏ ਸਨ। ਬਿਊਰੋ ਰਿਪੋਰਟ, ਨਿਊਜ਼ 18। ਹੁਣ ਅੱਗੇ ਵਧਦੇ ਹਾਂ ਤੇ ਗੱਲ ਕਿਸਾਨਾਂ ਦੀ ਹੀ ਕਰਾਂਗੇ। ਕਿਸਾਨਾਂ ਦੀ ਫਸਲ ਦੀ ਹੋਏਗੀ। ਕਣਕ ਦੀ ਫਸਲ ਪੱਕ ਕੇ ਬਿਲਕੁਲ ਤਿਆਰ ਹੈ। ਬਹੁਤ ਸਾਰੀਆਂ ਥਾਵਾਂ ਦੇ ਉੱਤੇ ਕਣਕ ਦੀ ਵਾਢੀ ਹੋ ਵੀ ਗਈ ਹੈ, ਸ਼ੁਰੂ ਹੋ ਚੁੱਕੀ ਹੈ, ਪਰ ਕੁਝ ਥਾਵਾਂ ਦੇ ਉੱਤੇ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜੋ ਪਰੇਸ਼ਾਨ ਕਰਦੀਆਂ ਨੇ। 12 ਏਕੜ ਕਣਕ ਦੀ ਫਸਲ ਸੜ ਗਈ ਮੋਗਾ ਦੇ ਵਿੱਚ। ਉੱਥੇ ਕੰਬਾਈਨ ਖੜੀ ਸੀ, ਉਹ ਵੀ ਸੜ ਗਈ। ਤੇ ਇੱਕ ਖਬਰ ਆਈ ਮੁਕਤਸਰ ਤੋਂ, ਲੁਬਾਣਿਆਂ ਵਾਲੀ ਤੋਂ, ਜਿੱਥੇ 20 ਏਕੜ ਕਣਕ ਸੜ ਗਈ। 20 ਏਕੜ ਦਾ ਨੁਕਸਾਨ ਹੋਇਆ ਹੈ। ਰਾਈਆਂ ਵਾਲਾ ਫਰੀਦਕੋਟ ਤੋਂ ਤਸਵੀਰਾਂ ਦਿਖਾ ਰਹੇ ਜਿੱਥੇ 6 ਏਕੜ ਕਣਕ ਸੜ ਕੇ ਸੁਆਹ ਹੋ ਗਈ। ਵਜ੍ਹਾ ਛੁੱਟ ਜਿਹੀ ਹੁੰਦੀ ਹੈ ਕਿ ਕਈ ਵਾਰ ਸਪਾਰਕਿੰਗ ਹੁੰਦੀ ਹੈ, ਜਿਵੇਂ ਟਰਾਂਸਫਾਰਮਰ ਲੱਗੇ ਹੁੰਦੇ ਨੇ ਤਾਂ ਉੱਥੇ ਸਪਾਰਕਿੰਗ ਹੋਈ ਤਾਂ ਉਸ ਤੋਂ ਬਾਅਦ ਉਹ ਚਿੰਗਾੜੀਆਂ ਹੇਠਾਂ ਜਾ ਕੇ ਕਣਕ ਦੇ ਉੱਤੇ ਡਿੱਗੀਆਂ। ਕਣਕ ਬਿਲਕੁਲ ਪੱਕ ਕੇ ਜਦੋਂ ਤਿਆਰ ਹੁੰਦੀ ਹੈ ਇੰਨੀ ਜ਼ਬਰਦਸਤ ਗਰਮੀ ਦੇ ਵਿੱਚ ਤਾਂ ਇੱਕ ਚਿੰਗਾੜੀ ਵੀ ਭਾਂਬੜ ਦਾ ਰੂਪ ਧਾਰਨ ਕਰ ਲੈਂਦੀ ਹੈ ਤੇ ਉਸ ਤੋਂ ਬਾਅਦ ਅੱਗ ਲੱਗਦੀ ਹੈ ਤੇ ਐਡਾ ਵੱਡਾ ਨੁਕਸਾਨ ਹੋ ਜਾਂਦਾ ਹੈ। ਤਾਂ ਇਹ ਤਿੰਨ ਤਸਵੀਰਾਂ ਨੇ। ਹੁਣ ਜਿਹੜੇ ਕਿਸਾਨ ਨੇ ਇਸ ਘਟਨਾਕ੍ਰਮ ਤੋਂ ਬਾਅਦ ਸਰਕਾਰ ਦੇ ਵੱਲ ਦੇਖ ਰਹੇ ਨੇ, ਮੁਆਵਜ਼ੇ ਦੀ ਮੰਗ ਹੋ ਰਹੀ ਹੈ। ਇਹ ਤਸਵੀਰਾਂ ਨੇ ਮੋਗਾ ਦੀਆਂ, ਜਿੱਥੇ ਕੱਚਾ ਦੁਸਾਂਝ ਰੋਡ ਤੇ ਕਿਸਾਨਾਂ ਦੀ ਸੋਨੇ ਰੰਗੀ ਫਸਲ ਅੱਗ ਦੀ ਚਪੇਟ ਵਿੱਚ ਆ ਗਈ। ਹਰ ਪਾਸੇ ਅੱਗ ਦੀਆਂ ਲਪਟਾਂ ਹੀ ਦਿਖਾਈ ਦੇ ਰਹੀਆਂ ਨੇ ਤੇ ਨਾਲ ਹੀ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਨੇ, ਪਰ ਅੱਗ ਦੀਆਂ ਲਪਟਾਂ ਲਗਾਤਾਰ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਕਿਸਾਨਾਂ ਨੇ ਖੁਦ ਵੀ ਮੋਰਚਾ ਸੰਭਾਲਿਆ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ਤੇ ਪਹੁੰਚੀਆਂ, ਪਰ ਜਦੋਂ ਤੱਕ ਅੱਗ ਤੇ ਕਾਬੂ ਪਾਇਆ ਗਿਆ ਤਾਂ ਫਿਰ ਇਹ ਤਸਵੀਰਾਂ ਕੈਮਰੇ 'ਚ ਕੈਦ ਹੋਈਆਂ। ਕਿਸਾਨਾਂ ਵੱਲੋਂ ਰਾਤਾਂ ਜਾਗ ਕੇ ਸੱਪਾਂ ਦੀਆਂ ਸਿਰੀਆਂ ਨੱਪ ਕੇ ਖੂਨ ਪਸੀਨੇ ਦੇ ਨਾਲ ਪਾਲੀ ਫਸਲ ਕੁਝ ਹੀ ਪਲਾਂ ਦੇ ਵਿੱਚ ਰਾਖ ਦੇ ਵਿੱਚ ਬਦਲ ਗਈ। ਨਾ ਸਿਰਫ ਫਸਲ, ਸਗੋਂ ਫਸਲ ਦੀ ਕਟਾਈ ਕਰੀ ਕੰਬਾਈਨ ਵੀ ਅੱਗ ਦੀ ਚਪੇਟ ਵਿੱਚ ਆ ਗਈ ਤੇ ਅੱਗ ਲੱਗਣ ਦੇ ਬਾਅਦ ਕੰਬਾਈਨ ਦੀ ਹਾਲਤ ਨੂੰ ਇਹ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ। ਅੱਗ ਜੀ ਮਸ਼ੀਨ ਚੱਲੀ ਜਾਂਦੀ ਸੀ, ਜਦੋਂ ਲਾਈਟ ਆਈ 10 ਵਜੇ ਪੂਰੇ ਸਪਾਰਕ ਵੱਜੀ ਹੈ। ਸਪਾਰਕ ਜਦੋਂ ਵੱਜ ਗਈ ਤੇ ਚਿੰਗਾੜੇ ਡਿੱਗੇ ਤੇ ਅੱਗ ਚੱਲ ਪਈ ਜੀ। ਅੱਗ ਪੂਰੀ ਤੇਜ਼ ਹੋ ਗਈ, ਹਵਾ ਤੇਜ਼ ਸੀਗੀ। ਕਿੰਨੀ ਕੁ ਫਸਲ ਨੂੰ ਖਰਾਬ ਹੋ ਗਈ ਹੈ? ਇਹ ਘੱਟੋ ਘੱਟ 8 ਕਿੱਲੇ ਆਪਣੇ ਖਰਾਬ ਹੋ ਗਏ, ਜਮਾਂ ਸੜ ਕੇ ਸੁਆਹ ਹੋ ਗਏ ਆ ਜੀ। ਇਸ ਤੋਂ ਇਲਾਵਾ ਹੋਰ ਵੀ ਅੱਗ ਲੱਗੀ ਹੈ? ਹਾਂਜੀ, ਕਿਸੇ ਦਾ 4 ਕਨਾਲਾਂ, ਕਿਸੇ ਦਾ ਕਿੱਲਾ ਐ ਮੱਚਿਆ ਜੀ। ਕਿੰਨੀ ਅੱਗ ਟੋਟਲ ਲੱਗੀ ਹੈ? ਕਿੰਨੀ ਫਸਲ ਖਰਾਬ ਹੋ ਗਈ ਹੈ? ਟੋਟਲ 10 ਕਿੱਲੇ ਆ ਜੀ। ਇਹ ਹੋਈ ਬਿਜਲੀ ਦੇ ਸ਼ਾਰਟ ਸਰਕਟ? ਬਿਜਲੀ ਆ ਦੇਖੋ, ਤਾਰਾਂ ਜਮਾਂ ਥੱਲੇ ਲੱਗੀਆਂ ਪਈਆਂ, ਤਾਰਾਂ ਦਾ ਜਮਾਂ ਥੱਲੇ ਬੰਦੇ ਦੇ ਹੱਥ ਲਾਈ ਜਾਂਦੇ ਜੀ ਸਾਰੇ। ਅੱਗ ਲੱਗਣ ਦੀ ਵਜ੍ਹਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਤੇ ਇਹਨਾਂ ਅੱਗ ਦੀਆਂ ਲਪਟਾਂ ਨੇ ਕਿਸਾਨਾਂ ਦੀਆਂ ਆਸਾਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਤੇ ਹੁਣ ਕਿਸਾਨ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਨੇ।
ਕੰਬਾਈਨ ਸੜ ਕੇ ਸਵਾਹ ਹੋ ਗਈ, ਜਮਾਂ ਖਤਮ ਹੋ ਗਈ ਹੈ ਜੀ। ਕੰਪਲੀਟ ਪਹਿਲਾਂ ਕੀਤੀ ਸੀ। ਇਹ ਕੰਬਾਈਨ ਕਿੱਥੋਂ ਆਈ ਸੀਗੀ? ਕੰਬਾਈਨ ਇਹ ਤਰਨ ਤੋਂ ਆਈ ਸੀਗੀ। ਇਹ ਕਟਾਈ ਵਾਸਤੇ ਮੰਗਵਾਈ? ਕਟਾਈ ਵਾਸਤੇ ਆਉਂਦੀ, ਹਰ ਇੱਕ ਸਾਲ ਆਉਂਦੀ ਹੈ ਜੀ। ਮੰਗ ਸਰਕਾਰ ਤੋਂ ਇਹ ਹੈ ਮੁਆਵਜ਼ਾ ਦਿੱਤਾ ਜਾਵੇ। ਪੁੱਤਾਂ ਵਾਂਗੂ ਪਾਲੀ ਸੀ ਫਸਲ, ਆਹ ਦੇਖ ਆਉਣਾ ਚਾਅ ਨਾਲ ਵੱਢਣੀ ਸੀ ਸਾਰੀ। ਅਜਿਹੀਆਂ ਤਸਵੀਰਾਂ ਮੁੜ ਕੈਮਰੇ ਦੇ ਵਿੱਚ ਕੈਦ ਨਾ ਹੋਣ, ਮੁੜ ਅੰਨਦਾਤਾ ਦੇ ਸੁਪਨੇ ਚਕਨਾਚੂਰ ਨਾ ਹੋਣ, ਇਸ ਵਾਸਤੇ ਕਿਸਾਨਾਂ ਨੂੰ ਖੁਦ ਵੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਤਾਂ ਜੋ ਸਮਾਂ ਰਹਿੰਦਿਆਂ ਵੱਡੇ ਖਤਰੇ ਨੂੰ ਟਾਲਿਆ ਜਾ ਸਕੇ। ਮੋਗਾ ਤੋਂ ਦੀਪਕ ਸਿੰਗਲਾ, ਨਿਊਜ਼ 18 ਪੰਜਾਬ। ਅੱਗੇ ਵਧਦੇ ਤੇ ਹੁਣ ਗੱਲ ਉਸ ਮੁੱਦੇ ਦੀ ਜਿਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਪਿਛਲੇ ਕੁਝ ਦਿਨਾਂ ਦੇ ਵਿੱਚ ਖੂਬ ਗਰਮਾਈ ਹੋਈ ਹੈ ਤੇ ਲਗਾਤਾਰ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ। ਜੇ ਅਸੀਂ ਗੱਲ ਕਰ ਰਹੇ ਹਾਂ ਕਾਨੂੰਨ ਵਿਵਸਥਾ ਦੀ, ਜੋ ਸਵਾਲਾਂ ਦੇ ਘੇਰੇ 'ਚ ਨਜ਼ਰ ਆਉਂਦੀ ਹੈ, ਜਿਸ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਵੀਕੇ ਪਵਰਾ ਦੇ ਸਾਹਮਣੇ ਆਏ ਤੇ ਇਸ ਸਾਲ ਦਾ ਡਾਟਾ ਦੱਸਿਆ ਤੇ ਸਰਕਾਰ ਨੂੰ ਘੇਰਨ ਵਾਲੇ ਵਿਰੋਧੀਆਂ ਨੂੰ ਜਵਾਬ ਦਿੱਤਾ। ਹਿੰਸਾ ਤੇ ਕਤਲ ਦੀਆਂ ਵਾਰਦਾਤਾਂ ਜਿਨ੍ਹਾਂ ਨੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੇ ਕਈ ਸਵਾਲ ਖੜੇ ਕੀਤੇ ਨੇ। ਉਹ ਚਾਹੇ ਪੰਜਾਬ ਦੀ ਆਵਾਮ ਹੋਵੇ ਜਾਂ ਵਿਰੋਧੀ ਸਿਆਸੀ ਪਾਰਟੀਆਂ, ਸਾਰੇ ਹੀ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜੀ ਹੋਈ ਦੱਸ ਰਹੇ ਨੇ। ਪਰ ਉਹਨਾਂ ਸਾਰੇ ਸਵਾਲਾਂ ਤੇ ਵਿਰਾਮ ਲਾਉਂਦੇ ਹੋਏ ਡੀਜੀਪੀ ਨੇ ਦਾਅਵਾ ਕੀਤਾ ਕਿ ਬੀਤੇ ਸਾਲ ਦੇ ਨਾਲੋਂ ਇਸ ਸਾਲ ਪੰਜਾਬ ਦੀ ਕਾਨੂੰਨ ਵਿਵਸਥਾ ਜ਼ਿਆਦਾ ਬਿਹਤਰ ਹੈ। ਡੀਜੀਪੀ ਨੇ ਦੱਸਿਆ ਕਿ ਇਸ ਸਾਲ 158 ਕਤਲ ਦੀਆਂ ਵਾਰਦਾਤਾਂ ਦਰਜ ਹੋਈਆਂ ਨੇ, ਜਦਕਿ ਪਿਛਲੇ ਸਾਲ ਮਤਲਬ 2021 ਦੇ ਵਿੱਚ ਇਸੇ ਸਮੇਂ ਦੌਰਾਨ 724 ਕਤਲ ਦਰਜ ਹੋਏ ਸਨ। ਸਾਲ 2020 ਦੇ ਵਿੱਚ 757 ਕਤਲ ਦੀਆਂ ਵਾਰਦਾਤਾਂ ਸਾਹਮਣੇ ਆਈਆਂ। ਮਰਡਰ ਕੇਸਿਸ ਦੇ ਵਿੱਚ ਬਾਕੀ ਪਿਛਲੇ ਸਾਲਾਂ ਨਾਲ ਦੇਖਿਆ ਜਾਵੇ ਤਾਂ ਵਾਧਾ ਨਹੀਂ ਹੋਇਆ ਹੈ, ਮਾਰਜਨਲੀ ਨੀਚੇ ਆਇਆ ਹੈ। ਇਸ ਨੂੰ ਹੋਰ ਥੱਲੇ ਲਾ ਸਕਦੇ ਹਾਂ ਅਸੀਂ, ਪੁਲਿਸ, ਪਬਲਿਕ ਔਰ ਸਾਰੇ ਮਿਲ ਕੇ ਇਹਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਦੂਜੀ ਗੱਲ ਇਹ ਹੈ, ਇਸ ਸਾਲ ਦੇ ਵਿੱਚ ਜਿਹੜੇ ਮਰਡਰ ਹੋਏ ਹਨ ਉਸ ਦੇ ਵਿੱਚ 6 ਨੂੰ ਅਸੀਂ ਗੈਂਗਸਟਰ ਰਿਲੇਟਡ ਕਹਿ ਸਕਦੇ ਹਾਂ ਔਰ ਇਹ 6 ਦੇ 6 ਕੇਸ ट्रेस हो चुके हैं। कौन इस दे एक्यूज हैं वो पता लग चुके हैं, कुछ अरेस्ट हो चुके हैं, कुछ अरेस्ट बाकी। ਹਾਲਾਂਕਿ ਡੀਜੀਪੀ ਨੇ ਇਹ ਵੀ ਮੰਨਿਆ ਕਿ ਇੱਕ ਮਹੀਨੇ ਦੇ ਵਿੱਚ ਕਤਲ ਦੀਆਂ 50 ਵਾਰਦਾਤਾਂ ਹੋਈਆਂ ਨੇ। ਡੀਜੀਪੀ ਦੇ ਮੁਤਾਬਕ 2022 ਦੇ ਵਿੱਚ ਕੁੱਲ 158 ਕੇਸ ਸਾਹਮਣੇ ਆਏ ਨੇ, ਜਦਕਿ 6 ਕੇਸਾਂ ਦੇ ਵਿੱਚ ਗੈਂਗਸਟਰ ਕਨੈਕਸ਼ਨ ਮਿਲੇ ਹੈ। ਗੈਂਗਸਟਰਿਜ਼ਮ ਤੇ ਕਾਬੂ ਪਾਉਣ ਦੇ ਲਈ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਵੀ ਬਣਾਈ ਹੈ ਜੋ ਆਪਣਾ ਕੰਮ ਕਰ ਰਹੀ ਹੈ। प्रिवेंशन भी पुलिस ने कीता है और एटलीस्ट 4 केसेस ਦੇ ਵਿੱਚ ਗੈਂਗਸਟਰ ਕ੍ਰਾਈਮ ਅਸੀਂ ਨਹੀਂ ਹੋਣ ਦਿੱਤਾ। ਐਂਡ ਲਾਸਟ ਪੁਆਇੰਟ, ਇਸ ਕੰਮ ਨੂੰ ਇੰਟੈਂਸੀਫਾਈ ਕਰਨ ਵਾਸਤੇ ਐਂਟੀ ਗੈਂਗਸਟਰ ਟਾਸਕ ਫੋਰਸ हैज कम इनटू एग्जिस्टेंस और इन्होंने अपना काम ऑलरेडी शुरू कर ਦਿੱਤਾ ਹੈ। ਬੀਤੇ ਕੁਝ ਹਫ਼ਤਿਆਂ ਦੇ ਵਿੱਚ ਹੋ ਰਹੀਆਂ ਵਾਰਦਾਤਾਂ ਨੇ ਸੂਬੇ ਦੀ ਕਾਨੂੰਨ ਵਿਵਸਥਾ ਤੇ ਕਈ ਸਵਾਲੀਆ ਨਿਸ਼ਾਨ ਲਾ ਦਿੱਤੇ ਸਨ, ਜਿਸ ਨੂੰ ਲੈ ਕੇ ਹੁਣ ਡੀਜੀਪੀ ਪੰਜਾਬ ਖੁਦ ਅੱਗੇ ਆਏ ਅਤੇ ਇਸ ਸਾਲ ਦਾ ਕ੍ਰਾਈਮ ਰੇਟ ਘੱਟ ਹੋਣ ਦਾ ਦਾਅਵਾ ਕਰ ਰਹੇ ਨੇ। ਚੰਡੀਗੜ੍ਹ ਤੋਂ ਮਨੋਜ ਰਾਠੀ, ਨਿਊਜ਼ 18। ਡੀਜੀਪੀ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕੀਤਾ ਗਿਆ ਹੈ ਕਿ ਜਿਹੜਾ ਕ੍ਰਾਈਮ ਰੇਟ ਆ ਉਹ ਘਟਿਆ ਹੈ, ਪਰ ਵਿਰੋਧੀ ਇਸ ਦੇ ਉੱਤੇ ਸਵਾਲ ਚੁੱਕ ਰਹੇ ਨੇ। ਅਕਾਲੀ ਦਲ ਨੇ ਡੀਜੀਪੀ ਦੇ ਕ੍ਰਾਈਮ ਰੇਟ ਘੱਟ ਹੋਣ ਵਾਲੇ ਦਾਅਵੇ ਦੇ ਉੱਤੇ ਹੈਰਾਨੀ ਜਤਾਈ। ਸਾਹਿਬ ਵੱਲੋਂ ਇਹ ਕਹਿਣਾ ਵੀ ਕ੍ਰਾਈਮ ਰੇਟ ਘਟਿਆ, ਇਹ ਤਾਂ ਮੈਂ ਸਮਝਦਾ ਬਹੁਤ ਹੀ ਚਿੰਤਾ ਵਾਲੀ ਗੱਲ ਆ, ਫਿਕਰ ਵਾਲੀ ਗੱਲ ਆ ਕਿ ਇੰਨੀ ਕਤਲੋਗਾਰਤ ਨੂੰ ਵੀ ਜੇ ਡੀਜੀਪੀ ਸਾਹਿਬ ਕਹਿਣ ਵੀ ਅਜੇ ਤਾਂ ਇਹਦਾ ਮਤਲਬ ਹੋਰ ਹੋਣੇ ਚਾਹੀਦੇ ਆ। ਇਹਦਾ ਡੀਜੀਪੀ ਸਾਹਿਬ ਦੇ ਬਿਆਨ ਤੋਂ ਤਾਂ ਇਹ ਸਵਾਲ ਉੱਠਦਾ ਕੋਟਾ ਪੂਰਾ ਨਹੀਂ ਹੋਇਆ। ਹਾਂ ਵੀ ਕੋਟਾ ਪੂਰਾ ਨਹੀਂ ਹੋਇਆ, ਕੋਟਾ ਪੂਰਾ ਕਰਨਾ ਚਾਹੁੰਦੇ ਡੀਜੀਪੀ ਸਾਹਿਬ। ਹੁਣ ਅੱਗੇ ਵਧਦੇ ਹਾਂ ਤੇ ਗੱਲ ਅਕਾਲੀ ਦਲ ਦੀ ਕਰਾਂਗੇ। ਬਿਕਰਮ ਮਜੀਠੀਆ ਦੀ ਹੋਵੇਗੀ। ਬਿਕਰਮ ਮਜੀਠੀਆ ਪਟਿਆਲਾ ਦੀ ਜੇਲ੍ਹ ਦੇ ਵਿੱਚ ਬੰਦ ਨੇ ਤੇ ਅਕਾਲੀ ਦਲ ਸਰਕਾਰ ਦੇ ਉੱਤੇ ਇਲਜ਼ਾਮ ਲਗਾ ਰਿਹਾ ਹੈ। ਇਲਜ਼ਾਮ ਨੇ ਕਿ ਜੇਲ੍ਹ ਦੇ ਵਿੱਚ ਬਿਕਰਮ ਮਜੀਠੀਆ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਪਿਛਲੇ 15 ਦਿਨਾਂ ਤੋਂ। ਅਕਾਲੀ ਦਲ ਦੇ ਆਗੂਆਂ ਦੇ ਵੱਲੋਂ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਗਈ। ਨਿਸ਼ਾਨੇ ਦੇ ਉੱਤੇ ਭਗਵੰਤ ਮਾਨ ਸਰਕਾਰ ਸੀ ਤੇ ਕਿਹਾ ਕਿ ਜੇ ਮਜੀਠੀਆ ਨੂੰ ਜੇਲ੍ਹ ਦੇ ਅੰਦਰ ਕੁਝ ਹੁੰਦਾ ਹੈ ਤਾਂ ਸਰਕਾਰ ਇਸ ਦੇ ਲਈ ਜ਼ਿੰਮੇਵਾਰ ਹੋਵੇਗੀ। ਬਿਕਰਮ ਸਿੰਘ ਮਜੀਠੀਆ ਨੂੰ ਉੱਥੇ ਪਾਇਆ ਜਿੱਥੇ ਹਾਰਡਨਡ ਕ੍ਰਿਮੀਨਲ ਆਲਰੇਡੀ ਅੰਡਰਗੋ ਕਰ ਰਹੇ ਆਪਣੀ ਇੰਪ੍ਰਿਜ਼ਨਮੈਂਟ। ਇੱਕੋ ਗੱਲ ਕਹਿਣੀ ਚਾਹੁੰਦਾ
ਸੈਂਟਰਲ ਇੰਟੈਲੀਜੈਂਸ ਇਨਪੁਟ, ਸਟੇਟ ਦੀ ਇੰਟੈਲੀਜੈਂਸ ਦੀ ਜੇਲ੍ਹ ਅਥਾਰਟੀਜ਼ ਨੂੰ ਚਿੱਠੀ ਕਿ ਸਿਕਿਉਰਿਟੀ ਨਾਲ ਕੰਪਰੋਮਾਈਜ਼ ਨਾ ਕਰਨਾ। ਇਫ ਐਨੀਥਿੰਗ ਹੈਪਨਸ ਟੂ ਮਜੀਠੀਆ ਗਵਰਨਮੈਂਟ ਵਿਲ ਬੀ ਰਿਸਪੌਂਸੀਬਲ। ਜਾਨ ਦਾ ਵੀ ਖਤਰਾ ਹੈ। ਹੋਰ ਖਤਰਾ ਕਾਹਦਾ ਹੁੰਦਾ? ਹੋਰ ਹੱਥ ਲਾ ਸਕਣਗੇ? ਉਹ ਨਹੀਂ ਲਾ ਸਕਣਗੇ। ਅਕਾਲੀ ਦਲ ਮਾਨ ਸਰਕਾਰ ਦੇ ਉੱਤੇ ਸਵਾਲ ਚੁੱਕੇ ਨੇ। ਐਨਡੀਪੀਐਸ ਦੇ ਮਾਮਲੇ ਦੇ ਵਿੱਚ ਜੇਲ੍ਹ 'ਚ ਬੰਦ ਨੇ। ਦਸੰਬਰ ਮਹੀਨੇ ਦੇ ਵਿੱਚ ਉਹਨਾਂ ਦੇ ਉੱਤੇ FIR ਦਰਜ ਕੀਤੀ ਗਈ ਸੀ। STF ਦੀ ਰਿਪੋਰਟ ਦੇ ਆਧਾਰ ਦੇ ਉੱਤੇ NDPS ਦੀਆਂ ਵੱਖ-ਵੱਖ ਧਾਰਾਵਾਂ ਲਗਾਈਆਂ ਗਈਆਂ। ਉਸ ਤੋਂ ਬਾਅਦ ਇਹ ਪੂਰੇ ਮਾਮਲੇ ਨੂੰ ਲੈ ਕੇ ਅਦਾਲਤਾਂ ਦਾ ਰੁਖ ਕੀਤਾ ਬਿਕਰਮ ਮਜੀਠੀਆ ਦੇ ਵਕੀਲਾਂ ਨੇ। ਮੋਹਾਲੀ ਦੀ ਅਦਾਲਤ ਤੋਂ ਹੁੰਦਾ ਹੋਇਆ ਹਾਈ ਕੋਰਟ ਤੇ ਫਿਰ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ। ਸੁਪਰੀਮ ਕੋਰਟ ਨੇ ਇਲੈਕਸ਼ਨ ਤੱਕ ਰਾਹਤ ਦਿੱਤੀ ਬਿਕਰਮ ਮਜੀਠੀਆ ਨੂੰ, ਪਰ ਬਾਅਦ ਦੇ ਵਿੱਚ ਸਰੈਂਡਰ ਕਰਨ ਨੂੰ ਕਿਹਾ। ਤਕਰੀਬ 24 ਫਰਵਰੀ ਨੂੰ ਬਿਕਰਮ ਮਜੀਠੀਆ ਦੇ ਵੱਲੋਂ ਸਰੈਂਡਰ ਕਰ ਦਿੱਤਾ ਗਿਆ। ਉਸ ਤੋਂ ਬਾਅਦ ਤੋਂ ਨਿਆਇਕ ਹਿਰਾਸਤ ਦੇ ਵਿੱਚ ਨੇ, ਪਟਿਆਲਾ ਦੀ ਜੇਲ੍ਹ ਦੇ ਵਿੱਚ ਬੰਦ ਨੇ। ਤੇ ਹੁਣ ਅਕਾਲੀ ਦਲ ਇਲਜ਼ਾਮ ਲਗਾ ਰਿਹਾ ਹੈ ਕਿ ਬਿਕਰਮ ਮਜੀਠੀਆ ਨੂੰ ਉੱਥੇ ਰੱਖਿਆ ਜਾ ਰਿਹਾ ਜਿੱਥੇ ਹਾਰਡਕੋਰ ਕ੍ਰਿਮੀਨਲ ਹੁੰਦੇ ਨੇ। ਤੇ ਬਿਕਰਮ ਮਜੀਠੀਆ ਸਾਬਕਾ ਮੰਤਰੀ ਨੇ, ਉਹਨਾਂ ਨੂੰ ਸੁਰੱਖਿਆ ਜਦੋਂ ਜੇਲ੍ਹ ਤੋਂ ਬਾਹਰ ਸੀ ਉਸ ਸਮੇਂ ਵੀ ਮਿਲੀ ਹੋਈ ਸੀ। ਤੇ ਹੁਣ ਉੱਥੇ ਰੱਖਿਆ ਜਾ ਰਿਹਾ ਜਿੱਥੇ ਬਹੁਤ ਸਾਰੇ ਹਾਰਡਕੋਰ ਕ੍ਰਿਮੀਨਲ ਨੇ ਕਿ ਜੇਕਰ ਕੱਲ ਨੂੰ ਕੋਈ ਹਿੰਸਕ ਹੋ ਜਾਂਦਾ ਉੱਥੇ ਦਾ ਕ੍ਰਿਮੀਨਲ ਜਾਂ ਕੋਈ ਕੈਦੀ ਤਾਂ ਫਿਰ ਨੁਕਸਾਨ ਪਹੁੰਚਾਇਆ ਜਾ ਸਕਦਾ ਉਹਨਾਂ ਦੇ ਵੱਲੋਂ ਬਿਕਰਮ ਮਜੀਠੀਆ ਨੂੰ। ਤੇ ਜੇਕਰ ਬਿਕਰਮ ਮਜੀਠੀਆ ਨੂੰ ਕੁਝ ਹੁੰਦਾ ਤਾਂ ਉਸ ਦੇ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ। ਇਹ ਅਕਾਲੀ ਦਲ ਦਾ ਇਲਜ਼ਾਮ ਹੈ। ਅਕਾਲੀ ਦਲ ਇਲਜ਼ਾਮ ਲਗਾ ਰਿਹਾ ਤਾਂ ਉਧਰ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਤੱਕ ਬਿਕਰਮ ਸਿੰਘ ਮਜੀਠੀਆ ਦੀ ਸਿਕਿਉਰਿਟੀ ਦਾ ਸਵਾਲ ਹੈ ਜਾਂ ਇੱਕ ਕੈਦੀ ਹੋਣ ਦੇ ਨਾਤੇ ਜੇਲ੍ਹ ਦੇ ਅੰਦਰ ਬੁਨਿਆਦੀ ਸੁਵਿਧਾਵਾਂ ਦੇਣ ਦੀ ਗੱਲ ਹੈ। ਪੰਜਾਬ ਸਰਕਾਰ ਹਰੇਕ ਉਹ ਕੈਦੀ, ਚਾਹੇ ਉਹ ਅਕਿਊਜ਼ਡ ਹੈ ਜਾਂ ਕਨਵਿਕਟਡ ਹੈ, ਉਹਨਾਂ ਦੀ ਸਿਕਿਉਰਿਟੀ ਨੂੰ ਲੈ ਕੇ, ਉਹਨਾਂ ਦੀ ਬੇਸਿਕ ਸੁਵਿਧਾਵਾਂ ਨੂੰ ਲੈ ਕੇ ਪੂਰੀ ਤਰ੍ਹਾਂ ਸੰਜੀਦਾ ਹੈ, ਗੰਭੀਰ ਹੈ। ਸੋ ਮੈਨੂੰ ਲੱਗਦਾ ਹੈ ਅਕਾਲੀ ਦਲ ਦੇ ਮਜੀਠੀਆ ਸਾਹਿਬ ਦੀ ਸਿਕਿਉਰਿਟੀ ਨੂੰ ਲੈ ਕੇ ਸਾਰੇ ਆਰੋਪ ਜਿਹੜੇ ਆ ਬੇਬੁਨਿਆਦ ਐਲੀਗੇਸ਼ਨ ਹੈ ਔਰ ਅਕਾਲੀ ਦਲ ਨੂੰ ਵੀ ਇਹੋ ਜਿਹਾ ਫਾਲਸ ਪ੍ਰੋਪੇਗੈਂਡਾ ਜਿਹੜਾ ਆ ਪੰਜਾਬ ਸਰਕਾਰ ਦੇ ਖਿਲਾਫ, ਮਾਨ ਸਾਹਿਬ ਦੀ ਸਰਕਾਰ ਦੇ ਖਿਲਾਫ ਨਹੀਂ ਕਰਨਾ ਚਾਹੀਦਾ। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਮਾਨ ਸਰਕਾਰ ਦੇ ਹੁਕਮਾਂ ਤੋਂ ਬਾਅਦ ਹੁਣ ਅਫਸਰ ਵੀ ਤਲਖ ਤੇਵਰ ਦਿਖਾਉਂਦੇ ਹੋਏ ਨਜ਼ਰ ਆ ਰਹੇ ਨੇ। ਅੰਮ੍ਰਿਤਸਰ ਦੇ ਵਿੱਚ ਨਵਨਿਯੁਕਤ ਪੁਲਿਸ ਕਮਿਸ਼ਨਰ ਨੇ ਤਾਂ ਪੁਲਿਸ ਮੁਲਾਜ਼ਮਾਂ ਨੂੰ ਦੋ ਟੁਕ ਕਹਿ ਦਿੱਤਾ ਕਿ ਚੰਗਾ ਕੰਮ ਕਰੋਗੇ ਤਾਂ ਇਨਾਮ ਮਿਲੇਗਾ, ਗਲਤ ਕੰਮ ਕਰੋਗੇ ਤਾਂ ਸਜ਼ਾ ਮਿਲੇਗੀ। ਬਦਲਾਅ ਦਾ ਨਾਰਾ ਲੈ ਕੇ ਆਪ ਸੱਤਾ ਦੇ ਵਿੱਚ ਆਏ ਤੇ ਫਿਰ ਪੁਲਿਸ ਅਫਸਰਾਂ ਨੂੰ ਵੀ ਸਖਤ ਆਦੇਸ਼ ਹੋਏ ਤੇ ਹੁਣ ਹੌਲੀ-ਹੌਲੀ ਉਸ ਦਾ ਅਸਰ ਵੀ ਨਜ਼ਰ ਆਉਣ ਲੱਗਿਆ। ਪੁਲਿਸ ਅਧਿਕਾਰੀਆਂ ਦੇ ਤੇਵਰ ਵੀ ਸਖਤ ਨਜ਼ਰ ਆ ਰਹੇ ਨੇ। ਹੇਠਲੇ ਰੈਂਕ ਤੋਂ ਲੈ ਕੇ ਉੱਪਰਲੇ ਰੈਂਕ ਤੱਕ ਇਸ ਦਾ ਅਸਰ ਵੀ ਸਾਫ਼ ਵੇਖਣ ਨੂੰ ਮਿਲ ਰਿਹਾ ਹੈ। ਗੱਲ ਕਰਾਂਗੇ ਅੰਮ੍ਰਿਤਸਰ ਦੇ ਨਵਨਿਯੁਕਤ ਪੁਲਿਸ ਕਮਿਸ਼ਨਰ ਦੀ। ਅਰੁਣਪਾਲ ਸਿੰਘ ਨੇ ਅਜੇ ਨਵਾਂ ਕਮਿਸ਼ਨਰ ਦਾ ਅਹੁਦਾ ਹੀ ਸੰਭਾਲਿਆ ਤੇ ਜਦੋਂ ਪੁਲਿਸ ਮੁਲਾਜ਼ਮਾਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਫਿਰ ਕਮਿਸ਼ਨਰ ਦਾ ਸਖਤ ਅੰਦਾਜ਼ ਵੀ ਨਜ਼ਰ ਆਇਆ ਤੇ ਪੁਲਿਸ ਮੁਲਾਜ਼ਮਾਂ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਕਿ ਜੇ ਚੰਗਾ ਕੰਮ ਕਰੋਗੇ ਤਾਂ ਇਨਾਮ ਮਿਲੇਗਾ ਤੇ ਜੇ ਗਲਤ ਕੰਮ ਕੀਤਾ ਤਾਂ ਫਿਰ ਸਜ਼ਾ ਮਿਲੇਗੀ। अच्छा काम करोगे पक्का रिवॉर्ड मिलेगा। ਅਸੀਂ ਸਾਰੇ ਬਾਹਰ ਜਾਂਦੇ हैं या ਗੱਲਾਂ ਕਰਦੇ हैं कि बाहर ਦੀ पुलिस देखो कितनी अच्छी है, बहुत अच्छी ड्यूटी करती है, ਉਹਨਾਂ ਤੇ कोई प्रेशर नहीं है, जो काम सही है वही करते हैं। मैं भी ਤੁਹਾਨੂੰ ही कह रहा जो सही है वही करना है। अपनी ड्यूटी करनी पूरी आए, ਤੁਹਾਨੂੰ ਕੰਪੀਟੈਂਸ ਹੋਵੇ, ਨਾਲ ਨੀਅਤ ਸਹੀ ਹੋਵੇ, ਇਮਾਨਦਾਰੀ ਨਾਲ ਕੰਮ ਕਰੋ ਤੇ ਜਿੰਨਾ ਮਰਜ਼ੀ ਰਿਵਾਰਡ ਲੈ ਲਓ। ਖੈਰ ਸਰਕਾਰ ਦੇ ਸਖਤ ਆਦੇਸ਼ਾਂ ਦਾ ਅਸਰ ਤਾਂ ਜ਼ਰੂਰ ਨਜ਼ਰ ਆ ਰਿਹਾ ਹੈ। ਪੁਲਿਸ ਅਫਸਰਾਂ ਦੇ ਸਖਤ ਤੇਵਰ ਵੀ ਵੇਖਣ ਨੂੰ ਮਿਲ ਰਹੇ ਨੇ। ਖੈਰ ਪੁਲਿਸ ਅਫਸਰਾਂ ਦੇ ਆਦੇਸ਼ਾਂ ਦਾ ਮੁਲਾਜ਼ਮਾਂ ਤੇ ਕਿੰਨਾ ਕੁ ਅਸਰ ਨਜ਼ਰ ਆਉਂਦਾ ਹੈ, ਇਹ ਵੱਡਾ ਸਵਾਲ ਹੈ। ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ, ਨਿਊਜ਼ 18 ਪੰਜਾਬ। ਅੱਗੇ ਵਧਦੇ ਤੇ ਹੁਣ ਗੱਲ ਹੋਵੇਗੀ ਗਵਾਂਢੀ ਸੂਬੇ ਦੀ ਸਿਆਸਤ ਦੀ। ਗੱਲ ਹਿਮਾਚਲ ਪ੍ਰਦੇਸ਼ ਦੀ ਇਲੈਕਸ਼ਨ ਨੇੜੇ ਨੇ ਤੇ ਇਸ ਵਿਚਾਲੇ ਆਮ ਆਦਮੀ ਪਾਰਟੀ ਨੇ ਹਿਮਾਚਲ ਇਕਾਈ ਭੰਗ ਕਰ ਦਿੱਤੀ। ਆਮ ਆਦਮੀ ਪਾਰਟੀ ਹਿਮਾਚਲ ਨੂੰ ਲੈ ਕੇ ਪਾਰਟੀ ਨੇ ਵੱਡਾ ਫੈਸਲਾ ਲਿਆ ਹੈ। ਆਗੂਆਂ ਦੇ ਪਾਰਟੀ ਛੱਡਣ ਤੋਂ ਬਾਅਦ ਸੂਬਾ ਇਕਾਈ ਨੂੰ ਭੰਗ ਕੀਤਾ ਗਿਆ। ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਹਿਮਾਚਲ ਦੇ ਵਿੱਚ ਸੂਬਾ ਇਕਾਈ ਭੰਗ ਕਰ ਦਿੱਤੀ ਹੈ। ਸੂਬਾ ਪ੍ਰਧਾਨ ਅਨੂਪ ਕੇਸਰੀ ਬੀਜੇਪੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਤੇ ਦਿਨ ਦੇ ਵਿੱਚ ਖਬਰ ਆਈ ਮਹਿਲਾ ਵਿੰਗ ਦੀ ਪ੍ਰਧਾਨ ਮਮਤਾ ਠਾਕੁਰ ਨੇ ਵੀ ਬੀਜੇਪੀ ਦਾ ਪੱਲਾ ਫੜ ਲਿਆ। ਤਾਂ ਦੋ ਅਹਿਮ ਅਹੁਦੇ ਹੁੰਦੇ ਨੇ, ਸਟੇਟ ਪ੍ਰੈਜ਼ੀਡੈਂਟ ਦਾ, ਉਸ ਤੋਂ ਬਾਅਦ ਮਹਿਲਾ ਵਿੰਗ ਦੀ ਪ੍ਰਧਾਨ। ਤਾਂ ਦੋਵੇਂ ਅਹੁਦੇਦਾਰਾਂ ਨੇ
ਆਮ ਆਦਮੀ ਪਾਰਟੀ ਨੂੰ ਛੱਡ ਕੇ ਬੀਜੇਪੀ ਨੇ ਜੁਆਇਨ ਕਰ ਲਿਆ ਤੇ ਹੁਣ ਸਤਿੰਦਰ ਜੈਨ ਦੇ ਵੱਲੋਂ ਕਿਹਾ ਗਿਆ ਕਿ ਜਲਦ ਨਵੀਂ ਕਮੇਟੀ ਗਠਿਤ ਕੀਤੀ ਜਾਵੇਗੀ। ਤਾਂ ਹਿਮਾਚਲ ਦੇ ਉੱਤੇ ਫੋਕਸ ਕਰ ਰਹੀ ਹੈ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਇਲੈਕਸ਼ਨ ਜਿੱਤਣ ਤੋਂ ਬਾਅਦ, ਤੇ ਦੂਜੇ ਪਾਸੇ ਜਦੋਂ ਪਾਰਟੀ ਦੇ ਆਗੂ ਛੱਡ ਕੇ ਜਾਣਾ ਔਰ ਖਾਸ ਤੌਰ ਤੇ ਜੋ ਲੀਡ ਕਰ ਰਹੇ ਨੇ ਇੱਕ ਤਰੀਕੇ ਨਾਲ ਜੋ ਪਾਰਟੀ ਦੇ ਸਭ ਤੋਂ ਵੱਡੇ ਚਿਹਰੇ ਸਟੇਟ ਦੇ ਵਿੱਚ ਬਣਾਏ ਗਏ ਨੇ, ਜੇਕਰ ਉਹੀ ਛੱਡ ਕੇ ਜਾ ਰਹੇ ਨੇ ਤਾਂ ਫਿਰ ਪਾਰਟੀ ਨੂੰ ਸੋਚਣ ਦੇ ਲਈ ਮਜਬੂਰ ਤਾਂ ਹੋਣਾ ਪੈਂਦਾ ਕਿ ਆਖਿਰ ਕਮੀ ਕਿੱਥੇ ਹੈ। ਖੈਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਜਥੇਬੰਦਕ ਢਾਂਚੇ ਨੂੰ ਭੰਗ ਕਰ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ। ਸਤਿੰਦਰ ਜੈਨ ਨੇ ਸਟੇਟਮੈਂਟ ਜਾਰੀ ਕੀਤੀ ਹੈ ਟਵੀਟ ਕਰਕੇ, ਤੇ ਉਸ ਦੇ ਵਿੱਚ ਨਾਲ ਇਹ ਵੀ ਕਿਹਾ ਗਿਆ ਕਿ ਜਲਦ ਹੀ ਜਿਹੜਾ ਨਵਾਂ ਢਾਂਚਾ ਪਾਰਟੀ ਦਾ ਹਿਮਾਚਲ ਪ੍ਰदेश ਦੇ ਵਿੱਚ ਖੜਾ ਕੀਤਾ ਜਾਵੇ। 8 साल काम किया हो, उससे ये नहीं पूछा गया कि क्या बात थी, उसके ऊपर लांछन लगाया गया। क्या यही हमारा मेडल है? क्या यही हमें आम आदमी पार्टी मेडल दे रही है कि हमें बदनाम करेगी, हमारे भाइयों को बदनाम करेगी? तो इस तरह से आप सभी के ऊपर ये कीचड़ उछाला जाएगा। कल अभी तो आप अंधे हो गए, इनकी बातों में गुमराह हो गए। चलिए, जैसे हम लोग 8 साल चले हैं, मगर अब ये मौका आ चुका कि अब